ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 301 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਦੂਸਰੀ ਪੌੜੀ ਇਹ ਗੌੜੀ ਰਾਗ ਦੇ ਵਿੱਚ ਜਿਹੜੀ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ ਆ, ਸ਼ਲੋਕਾਂ ਦੇ ਨਾਲ ਉਹ ਲੈਣ ਲੱਗੇ ਹਾਂ। अंग 301 301 श्लोक महला चौथा। विण नामै होर सलाहना सब बोलन फिक्का साध। देख लो भाई, जो बचन जिहड़े हैगे महाराज ने पहलां जिहड़े हैगे एक ਵਿਚਾਰ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਹੈਗੇ ਸੰਗਤ ਦੇ ਮੂੰਹ 'ਚੋਂ ਕਢਾਏ ਸੀਗੇ, ਜਿਹੜਾ ਟੌਪਿਕ ਰੱਖਿਆ ਸੀਗਾ ਉਸ ਦਾ ਜਵਾਬ ਜਿਹੜਾ ਹੈਗਾ ਮਹਾਰਾਜ ਚੌਥੀ ਪਾਤਸ਼ਾਹੀ ਦੇ ਰਹੀ ਹੈ। ਵਿਣ ਨਾਮ ਹੈ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਧ। ਕਹਿੰਦੇ ਨਾਮ ਤੋਂ ਬਗੈਰ ਉਸ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਦੇ ਨਾਮ ਤੋਂ ਬਗੈਰ ਹੋਰ ਜੋ ਵੀ ਆਪਾਂ ਸਲਾਵਾਂਗੇ ਕਹਿੰਦੇ ਉਹਦਾ ਸਵਾਦ ਜਿਹੜਾ ਹੈਗਾ ਵਧੀਆ ਨਹੀਂ ਆਊਗਾ, ਫਿੱਕਾ ਆਊਗਾ। ਕਿਉਂਕਿ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੈਗਾ। ਉਸ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਦਾਤਾ ਨਹੀਂ ਹੈਗਾ, ਹੋਰ ਕੋਈ ਇਹ ਸਾਰਾ ਸੰਸਾਰ ਜਿਹੜਾ ਹੈਗਾ, ਸਾਰਾ ਆਕਾਰ ਜਿਹੜਾ ਹੈਗਾ, ਸਾਰੇ ਜੀਵ ਜਿਹੜੇ ਹੈਗੇ ਉਸੇ ਮਾਲਕ ਪਰਮਾਤਮਾ ਤੋਂ ਨਿਕਲੇ ਹੈਗੇ। ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਇਹਨਾਂ ਨੂੰ ਵਾਪਸ ਸਮੇਟਣ ਦੇ ਸਮਰੱਥ ਹੈਗਾ। ਔਰ ਉਹ ਮਾਲਕ ਪਰਮਾਤਮਾ ਨੇ ਖੇਡ ਐਸੀ ਬਣਾਈ ਹੋਈ ਆ ਕਿ ਮਾਲਕ ਨੇ ਜਿਹੜਾ ਹੈਗਾ ਆਪ ਜਿਹੜਾ ਹੈਗਾ ਮਾਇਆ ਰਚ ਕੇ ਔਰ ਸਾਰੇ ਜੀਵ, ਸਾਰੇ ਸੰਸਾਰ ਦੇ ਜੀਵ ਜਿਹੜੇ ਹੈਗੇ ਆ ਉਹਨਾਂ ਨੂੰ ਸੰਸਾਰ ਦੇ ਵਿੱਚ ਆਕਾਰ ਦੇ ਵਿੱਚ ਇਹ ਚੋਗਾ ਜਿਹੜਾ ਹੈਗਾ ਖਿਲਾਰ ਕੇ ਇਹਦੇ ਵਿੱਚ ਜਿਹੜਾ ਹੈਗਾ ਉਲਝਾਇਆ ਹੈ। ਇਹ ਜਿਹੜੇ ਹੈਗੇ ਆ ਇਹ ਜਾਲ ਪਾਇਆ, ਮਾਲਕ ਨੇ ਜਾਲ ਪਾਇਆ ਹੋਇਆ ਹੈ। ਤੇ ਮਾਲਕ ਕਹਿੰਦਾ ਖੇਡ ਇਹ ਹੈਗੀ ਭਾਈ ਕਿ ਜਿਹੜਾ ਵੀ ਕਹੂਗਾ ਮੈਨੂੰ ਬਈ ਮੈਂ ਜਿਹੜਾ ਹੈਗਾ ਵਾਪਸ ਮੈਂ ਤੇਰੇ ਕੋਲ ਆਉਣਾ ਚਾਹੁੰਦਾ, ਮੈਨੂੰ ਬਾਹਰ ਕੱਢ ਲਾ, ਤੇ ਮਹਾਰਾਜ ਕਹਿੰਦੇ ਆ ਮੈਂ ਉਹਨੂੰ ਬਾਹਰ ਕੱਢ ਲੂੰਗਾ। ਆਹੀ ਗੇਮ ਹੈਗੀ ਆ ਬਸ। ਪਰ ਜਿਹੜਾ ਕਹੂਗਾ, ਜਿਹੜਾ ਦਿਲੋਂ ਕਹੂਗਾ ਵੀ ਮੈਂ ਨਿਕਲਣਾ ਚਾਹੁੰਦਾ, ਮੈਂ ਨਿਕਲਣ ਦੇ ਰਸਤੇ 'ਤੇ ਤੁਰਨਾ ਚਾਹੁੰਦਾ, ਮੈਨੂੰ ਬਾਹਰ ਕੱਢ ਲਾ, ਉਹਨੂੰ ਜਿਹੜਾ ਹੈਗਾ ਬਾਹਰ ਕੱਢ ਲੂਗਾ ਮਾਲਕ ਪਰਮਾਤਮਾ। ਇੰਨੀ ਕੁ ਗੇਮ ਹੈਗੀ ਆ। ਇਸ ਕਰਕੇ ਜਿਹਨੇ ਪਾਇਆ ਹੈ ਉਸੇ ਨੂੰ ਸਲਾਉਣਾ ਪੈਣਾ ਹੈ ਭਾਈ। ਵਿਣ ਨਾਮੇ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਧ। ਮਨਮੁਖ ਅਹੰਕਾਰ ਸਲਾਹਿੰਦੇ ਹਉਮੈ ਮਮਤਾਵਾਦ। ਪਰ ਮਨਮੁਖ ਜਿਹੜੇ ਹੈਗੇ ਅਹੰਕਾਰ ਦੇ ਨਾਲ, ਹਉਮੈ ਦੇ ਨਾਲ, ਮਮਤਾ ਦੇ ਨਾਲ, ਕਿਉਂਕਿ ਉਹਨਾਂ ਦਾ ਕੋਈ ਮੈਂ ਮੇਰੀ ਹੁੰਦੀ ਹੈ ਅਤੇ ਇਸ ਕਰਕੇ ਉਹਦਾ ਹੰਕਾਰ ਹੁੰਦਾ ਹੈ, ਉਹਦੀ ਹਉਮੈ ਹੋ ਜਾਂਦੀ ਹੈ। ਕਹਿੰਦੇ ਉਹ ਫਿਰ ਜਿਹੜੇ ਹੈਗੇ ਸਲਾਉਂਦੇ ਆ ਭਾਈ, ਉਹ ਵਾਦ ਆ, ਕਹਿੰਦੇ ਬੇਕਾਰ ਆ, ਉਹਦੇ ਨਾਲ ਉਹਨਾਂ ਨੂੰ ਫਾਇਦਾ ਨਹੀਂ ਹੋਣਾ ਕੁਛ। ਮਨਮੁਖ ਅਹੰਕਾਰ ਸਲਾਹੰਦੇ ਹਉਮੈ ਮਮਤਾਵਾਦ। ਜਿਨ ਸਲਾਹਨ ਸੇ ਮਰੈ ਖਪ ਜਾਵੈ ਸਭ ਅਪਵਾਦ। ਕਹਿੰਦੇ ਇਹ ਤਾਂ ਬੇਕਾਰ ਫਿਰ ਖਪ ਗਿਆ। ਜਿਹਨੂੰ ਮੈਂ ਸਲਾਹ ਰਿਹਾ ਸੀ ਉਹ ਆਪ ਹੀ ਨਹੀਂ ਰਿਹਾ। ਉਹ ਤਾਂ ਆਪ ਹੀ ਜਿਹੜਾ ਹੈਗਾ ਉਹ ਤਾਂ ਆਪ ਹੀ ਜਿਹੜਾ ਹੈਗਾ ਝੂਠਿਆ, ਉਹਦਾ ਸਰੀਰ, ਉਹਦਾ ਆਕਾਰ, ਉਹ ਤਾਂ ਸੱਚ ਹੈ ਹੀ ਨਹੀਂ। ਕਹਿੰਦੇ ਫਿਰ ਤਾਂ ਬੇਕਾਰ ਅਪਵਾਦ ਹੀ ਹੋ ਗਿਆ, ਬੇਕਾਰ ਹੋ ਗਿਆ ਸਾਰਾ ਦਾ ਸਾਰਾ ਜਿਹੜਾ ਹੈਗਾ। ਜੋ ਵੀ ਜਿਹੜੀ ਹੈਗੀ ਸਵਾਸ ਲਗਾਏ ਆ, ਜਿਨ ਸਲਾਹਨ ਸੇ ਮਰੇ, ਕਹਿੰਦੇ ਉਹ ਤੇ ਜਿਨ੍ਹਾਂ ਨੂੰ ਸਲਾਉਂਦੇ ਆ ਪਰਮਾਤਮਾ ਤੋਂ ਇਲਾਵਾ ਉਹਨਾਂ ਨੇ ਤਾਂ ਉਹ ਤਾਂ ਸਰੀਰ ਰਹਿਣਾ ਹੀ ਨਹੀਂ ਹੈ ਭਾਈ। ਕਿਉਂਕਿ ਦੂਸਰੇ ਨੂੰ ਸਲਾਵਾਂਗੇ, ਦੂਸਰਾ ਤਾਂ ਆਕਾਰ ਹੈਗਾ, ਆਕਾਰ ਦੇ ਵਿੱਚ ਆ। ਕਿ ਆਕਾਰ ਤੋਂ ਇਲਾਵਾ ਜਿਹੜਾ ਵੀ ਆਪਾਂ ਨੂੰ ਦਿਸ ਰਿਹਾ ਆ ਉਹ ਤਾਂ ਉਹੀ ਮਾਲਕ ਪਰਮਾਤਮਾ ਹੀ ਹੈਗਾ। ਫਿਰ ਜਿਨ ਸਲਾਹਨ ਸੇ ਮਰੈ ਖਪ ਜਾਵੈ ਸਭ ਅਪਵਾਦ। ਉਹ ਤਾਂ ਖਪ ਜਾਏਗਾ, ਉਹਨੇ ਤਾਂ ਆਪਣਾ ਜਿਹੜਾ ਹੈਗਾ ਸਮਾਂ ਬਰਬਾਦ ਕਰ ਲਿਆ।
ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾਨਾਦ। ਕਹਿੰਦੇ ਭਾਈ ਜਿਨ੍ਹਾਂ ਨੂੰ ਗੁਰੂ ਤੇ ਰਾਹੀਂ ਸੋਝੀ ਹੋ ਗਈ, ਗੁਰੂ ਦਾ ਗਿਆਨ ਜਿਨ੍ਹਾਂ ਨੇ ਲੈ ਲਿਆ, ਅਤੇ ਉਹ ਭਾਈ ਪਰਮੇਸ਼ਰ ਨੂੰ ਸਲਾਹੁੰਦੇ ਆ, ਮਾਲਕ ਨੂੰ ਜਪਦੇ ਆ। ਉਹ ਮਾਲਕ ਨੂੰ ਜਿਹੜਾ ਕਿ ਪਰਮ ਆਨੰਦ ਦਾ ਸੋਮਾ ਹੈਗਾ, ਪਰਮਾਨਾਦ, ਪਰਮਨਾਦ, ਪਰਮ ਪ੍ਰਾਈਮ, ਸਾਰੀਆਂ ਖੁਸ਼ੀਆਂ ਖੇੜੇ ਦੇਣ ਵਾਲਾ ਹੈਗਾ ਜਿਹੜਾ ਮਾਲਕ ਪਰਮਾਤਮਾ। ਉਹਨਾਂ ਨੂੰ ਫਿਰ ਜਿਹੜੇ ਹੈਗੇ ਆ ਜਨ ਨਾਨਕ ਗੁਰਮੁਖ ਉੱਭਰੇ, ਜਿਹੜੇ ਉਹਨੂੰ ਸਲਾਉਂਦੇ ਆ, ਉਹ ਜਿਹੜੇ ਇਸ ਗੇਮ ਤੋਂ ਬਾਹਰ ਉੱਭਰ ਜਾਂਦੇ ਆ, ਸੰਸਾਰ ਸਮੁੰਦਰ ਤੋਂ। ਬਾਕੀ ਜਿਹੜੇ ਹੈਗੇ ਇਸੇ ਤਰੀਕੇ ਦੇ ਨਾਲ ਫਿੱਕਾ ਸਵਾਦ ਲੈ ਕੇ ਜਿਹੜਾ ਹੈਗਾ ਆਪਣਾ ਸਮਾਂ ਜਿਹੜਾ ਹੈਗਾ ਉਹ ਇੰਨਾ ਕੀਮਤੀ ਜਿਹੜੀ ਹੈਗੀ ਬਾਰੀ ਜਿਹੜੀ ਹੈਗੀ ਉਹਨੂੰ ਜਿਹੜੇ ਹੈਗੇ ਜੂਏ ਦੇ ਵਿੱਚ ਹਾਰ ਜਾਂਦੇ ਆ, ਵੇਸਟ ਕਰ ਲੈਂਦੇ। ਹਾਂਜੀ ਭੈਣ ਜੀ ਤੁਸੀਂ ਆ ਜਾਓ। ਹਾਂਜੀ ਵੀਰ ਜੀ। ਹਾਂਜੀ ਹਾਂਜੀ ਬਸ ਇਹੀ ਸੰਗਤ ਦੇ ਵਿੱਚ ਦੇਖੋ ਆਪਾਂ ਮਹਾਰਾਜ ਕਹਿੰਦੇ ਨੇ ਜਿਹੜੀਆਂ ਆਪਣੀਆਂ ਹੋਰ ਗੱਲਾਂ ਨੇ, ਦੁਨਿਆਵੀ ਗੱਲਾਂ ਨੇ, ਉਹ ਸਭ ਬੇਕਾਰ ਨੇ। ਉਹ ਬਿਲਕੁਲ ਬੇਕਾਰ ਨੇ। ਜਿਹੜਾ ਪ੍ਰਮਾਤਮਾ ਦਾ ਜਿੱਥੇ ਆਪਾਂ ਚਾਹੇ ਸੰਗਤ ਦੇ ਵਿੱਚ ਬਹਿ ਕੇ ਲੈਂਦੇ ਹਾਂ ਨਾਮ, ਚਾਹੇ ਵੈਸੇ ਵੀ ਆਪਾਂ ਲੈਂਦੇ ਹਾਂ, ਤੇ ਉਹੀ ਬਸ ਆਪਣਾ ਸਫਲਤਾ। ਇਸ ਕਰਕੇ ਆਪਾਂ ਨੇ ਦੁਨਿਆਵੀ ਗੱਲਾਂ ਤੋਂ ਬਹੁਤ ਪਰਹੇਜ਼ ਰੱਖਣ ਦੀ ਜ਼ਰੂਰਤ ਆ ਕਿ ਆਪਾਂ ਕੋਸ਼ਿਸ਼ ਕਰੀਏ ਘੱਟ ਉਹ ਕਰੀਏ, ਵੱਧ ਤੋਂ ਵੱਧ ਆਪਣਾ ਸਮਾਂ ਦੇਈਏ ਆਪਣੇ ਆਪ ਨੂੰ। ਕਿਉਂਕਿ ਅੰਦਰੋਂ ਆਪਣੇ ਜਦੋਂ ਆਪਾਂ ਖੋਜਦੇ ਚਲੇ ਜਾਵਾਂਗੇ ਆਪੇ ਰਸਤੇ ਖੁੱਲੀ ਜਾਣੇ ਨੇ। ਦੁਨਿਆਵੀ ਗੱਲਾਂ ਨੇ ਤਾਂ ਇਹ ਤਾਂ ਜਿਹੜੀਆਂ ਗੱਲਾਂ ਜਿਹੜਾ ਹੁਣ 1 ਮਿੰਟ ਪਹਿਲਾਂ 10 ਮਿੰਟ ਪਹਿਲਾਂ ਕਰਕੇ ਹਟਿਆ, ਉਹ ਤਾਂ ਸਮਾਂ ਗੁਜ਼ਰ ਚੁੱਕਿਆ, ਉਹ ਬੇਕਾਰ ਹੋ ਗਿਆ। ਜਿਹੜਾ ਉਹਦੀ ਪ੍ਰਮਾਤਮਾ ਦੀ ਹਾਜ਼ਰੀ ਦੇ ਵਿੱਚ ਬਹਿ ਕੇ ਜਿਹੜਾ ਨਾਮ ਜਪਿਆ ਗਿਆ ਉਹ ਸਫਲ ਆ ਆਪਣਾ। ਬਸ ਇਹ ਮਹਾਰਾਜ ਜੀ ਸਮਝਾ ਰਹੇ ਨੇ। ਉਹ ਕਹਿੰਦੇ ਨੇ ਹਾਂ ਤੂੰ ਮੈਨੂੰ ਇੰਨੀ ਜਿਹੜੇ ਤੇਰਾ ਜਪਦੇ ਨੇ, ਨਾਮ ਜਪਦੇ ਨੇ, ਉਹ ਸਫਲ ਨੇ, ਜਿਹੜੇ ਤੇਰੇ ਗੁਣ ਗਾਉਂਦੇ ਨੇ। ਤੇ ਬਾਕੀ ਆਪਾਂ ਮਹਾਰਾਜ ਜੀ ਇਹੀ ਸਮਝਾ ਰਹੇ ਨੇ ਆਪਾਂ ਨੂੰ ਕਿ ਕੋਸ਼ਿਸ਼ ਕਰੋ ਕਿ ਦੁਨਿਆਵੀ ਗੱਲਾਂ ਤੋਂ ਆਪਾਂ ਉਹ ਹੋਈਏ ਤੇ ਆਪਾਂ ਪੂਰਨ ਆਪਣੇ ਗੁਰੂ ਦੇ ਲੜ ਲੱਗ ਕੇ ਆਪਣਾ ਨਾਮ ਸਿਮਰਨ ਦੇ ਨਾਲ ਜੁੜੀਏ, ਉਸਦੀ ਰਜਾ ਦੇ ਵਿੱਚ ਬਹਿ ਕੇ ਉਹਦਾ ਨਾਮ ਸਿਮਰਨ ਦਾ ਅਰਦਾਸ ਕਰੀਏ ਆਪਾਂ। ਕਿਉਂਕਿ ਆਪਣੇ ਬਸ ਦੀ ਗੱਲ ਨਹੀਂ ਇਹ, ਕਿਉਂਕਿ ਮਾਇਆ ਦਾ ਜਾਲ ਹੀ ਇੰਨਾ ਪਿਆ ਹੋਇਆ। ਬਸ ਇਹ ਪ੍ਰਭੂ ਵੀ ਸਾਨੂੰ ਆਪਣੇ ਨਾਮ ਸਿਮਰਨ ਦੇ ਨਾਲ ਜੋੜ ਕੇ ਆਪ ਹੀ ਤੂੰ ਹੀ ਜਪਣ ਵਾਲਾ, ਤੂੰ ਹੀ ਜਪਾਉਣ ਵਾਲਾ, ਤੂੰ ਹੀ ਕੱਢਣ ਵਾਲਾ। ਬਸ ਆਪਣੀਆਂ ਬੇਨਤੀਆਂ ਉਹਦੇ ਮੂਹਰੇ ਆਪਾਂ ਕਰੀਏ ਸਾਰੇ, ਤੇ ਵੀ ਵਾਹਿਗੁਰੂ ਜੀ ਸਾਨੂੰ ਆਪਣੇ ਨਾਮ ਸਿਮਰਨ ਦੇ ਨਾਲ ਜੋੜੋ, ਤੇ ਸਾਨੂੰ ਜੋ ਵੀ ਦੁਨਿਆਵੀ ਹੈਗੀਆਂ ਨੇ ਨੈਗੇਟਿਵ ਗੱਲਾਂ ਨੇ, ਇਹਨਾਂ ਦੇ ਵਿੱਚੋਂ ਨੈਗੇਟਿਵ ਤੋਂ ਸਾਨੂੰ ਕੱਢੋ, ਪੋਜ਼ਿਟਿਵ ਕਰੋ। ਵਾਹਿਗੁਰੂ ਜੀ ਇਹੀ ਬਸ ਹੱਥ ਜੋੜਦੇ ਆ ਜੀ ਆਪਾਂ ਤਾਂ ਸੰਗਤ ਜੀ। ਆਹੀ ਸੰਗਤ ਅੱਗੇ ਵੀ ਇਹ ਬੇਨਤੀ ਆ ਕਿ ਸਾਰਿਆਂ ਦਾ ਭਲਾ ਹੋਵੇ, ਕਿ ਸਾਰੇ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਨ। ਆਪਾਂ ਸਾਰੇ ਪਿਆਸ ਨਾਲ ਹੀ ਬੈਠੇ ਆ, ਸਾਰਿਆਂ ਨੂੰ ਪਿਆਸ ਲੱਗੀ ਹੋਈ ਆ, ਸਾਰੇ ਪਿਆਸ ਲਈ ਬੈਠੇ ਆ ਕਿ ਸਾਨੂੰ ਕੁਛ ਮਿਲੇ, ਸਾਨੂੰ ਕੁਛ ਮਿਲੇ। ਬਹੁਤ ਬਖਸ਼ੀਆਂ ਹੋਈਆਂ ਰੂਹਾਂ ਵੀ ਨੇ ਜੋ ਆਨੰਦ ਲੈ ਰਹੀਆਂ ਨੇ। ਬਿਲਕੁਲ। ਅੱਗੇ ਚੌਥੀ ਪਾਤਸ਼ਾਹੀ ਦਾ ਫਿਰ ਸ਼ਲੋਕ ਆ ਰਿਹਾ ਆ, ਇਹੀ ਗੱਲ ਕਹਿ ਰਹੇ। ਕਹਿੰਦੇ ਕਿਵੇਂ ਪਤਾ ਲੱਗਣਾ ਆ, ਕਿਹਨੂੰ ਧਿਆਉਣਾ ਆ, ਕਿਹਦੀ ਭਗਤੀ ਕਰਨੀ ਆ, ਕਿਵੇਂ ਭਗਤੀ ਕਰਨੀ ਆ। ਮਹੱਲਾ ਚੌਥਾ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨੇ ਹਰੀ। ਕਹਿੰਦੇ ਸਤਿਗੁਰੂ ਦੱਸਦਾ ਹੈ ਭਾਈ, ਬ੍ਰਹਮ ਗਿਆਨੀ ਦੱਸਦੇ ਆ ਉਹ ਪਰਮਾਤਮਾ ਦੇ ਬਾਰੇ, ਜਿਹੜਾ ਅਣਦਿਸਦਾ ਪਰਮਾਤਮਾ ਹੈਗਾ, ਜਿਹਦਾ ਰੂਪ ਰੇਖ ਰੰਗ ਨਹੀਂ ਹੈਗਾ, ਉਹਦੇ ਬਾਰੇ ਸਤਿਗੁਰੂ ਦੱਸਦੇ ਆ, ਬ੍ਰਹਮ ਗਿਆਨੀ ਦੱਸਦੇ ਆ ਕਿ ਉਹਦਾ ਨਾਮ ਧਿਆਨ ਕਰਨਾ ਹੈ, ਉਸ ਮਾਲਕ ਪਰਮਾਤਮਾ ਦਾ ਮਨ ਦੇ ਨਾਲ ਕਰਨਾ ਹੈ, ਮਨ ਦੇ ਨਾਲ ਭਗਤੀ ਕਰਨੀ ਹੈ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨੇ ਹਰੀ, ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ। ਕਹਿੰਦੇ ਐਸਾ ਪਵਿੱਤਰ ਨਾਮ ਹੈ ਉਸ ਮਾਲਕ ਦਾ, ਨਾਮੀ ਦਾ, ਉਸ ਮਾਲਕ ਪਰਮਾਤਮਾ ਨੇ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਆ, ਉਹਦਾ ਨਾਮ ਜਿਹੜਾ ਹੈਗਾ, ਐਸਾ ਮਾਲਕ ਪਰਮਾਤਮਾ ਨੇ ਨਾਮ ਦੇ ਵਿੱਚ ਐਸੀ ਕਲਾ ਰੱਖੀ ਹੋਈ ਆ, ਜਿਹੜਾ ਵੀ ਉਹਦਾ ਧਿਆਨ ਕਰਦਾ ਹੈ ਕਹਿੰਦੇ ਉਹਨੂੰ ਉਹ ਕੱਢ ਲੈਂਦਾ, ਉਹ ਨਿਕਲਦਾ ਜਾਂਦਾ, ਉਹਦੇ ਦੁੱਖ ਦੂਰ ਹੋਣ ਲੱਗ ਜਾਂਦੇ ਆ ਭਾਈ, ਉਹ ਪਵਿੱਤਰ ਹੋਣ ਲੱਗ ਜਾਂਦਾ ਹੈ। ਨਾਨਕ ਨਾਮ ਪਵਿੱਤਰ ਹਰ, ਮਾਲਕ ਪਰਮਾਤਮਾ ਪਵਿੱਤਰ, ਉਹਦਾ ਨਾਮ ਪਵਿੱਤਰ ਆ ਭਾਈ। ਉਹਦਾ ਨਾਮ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਵਰਗਾ ਬਣਾ ਦਿੰਦਾ ਹੈ, ਆਪਾਂ ਨੂੰ ਖਰਾ ਕਰ ਦਿੰਦਾ ਹੈ। ਔਰ ਇਹਦੇ ਬਾਰੇ ਦੱਸਣਾ ਹੈਗਾ, ਉਹ ਦੱਸਣਾ ਹੈ ਗੁਰੂ ਨੇ, ਬ੍ਰਹਮ ਗਿਆਨੀਆਂ ਨੇ।
ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ। ਔਰ ਮਨ ਦੇ ਨਾਲ ਧਿਆਨ ਕਰਨਾ ਹੈ ਪਾਏ। ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਦਾ ਜਿਹੜਾ ਹੈਗਾ ਸਹਾਇਤਾ ਹੈਗੀ ਸਰੀਰ ਦੇ ਨਾਲ ਜਿਹੜਾ ਹੈਗਾ, ਕਿਉਂਕਿ ਇਹ ਜਿਹੜੇ ਹੈਗੇ ਦੋਨੋਂ ਪਾਸੇ ਲੱਗ ਸਕਦੇ ਆ। ਇਹ ਜਿਹੜੇ ਧਿਆਨ ਦੇ ਵਿੱਚ ਵੀ ਸਹਾਇਤਾ ਕਰ ਸਕਦੀਆਂ ਹੈ, ਔਰ ਜਿਹੜਾ ਹੈਗਾ ਇਹ ਧਿਆਨ ਨੂੰ ਭੰਗ ਕਰਨ ਦੇ ਵਿੱਚ ਤਾਂ ਕਰ ਹੀ ਰਹੀਆਂ। ਹਾਂਜੀ ਭੈਣ ਜੀ। ਹਾਂਜੀ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ, ਉਹ ਜਿਵੇਂ ਵੀ ਬੋਲਦੇ ਨੇ ਉਹ ਉਹਨਾਂ ਦੀਆਂ ਸ਼ੁਭੇ ਅੰਦਰੋਂ ਤਿਵੇਂ ਹੀ ਸੋਭਦੇ ਨੇ। ਉਹ ਜਿਵੇਂ ਉਹਨਾਂ ਦੇ ਮਿੱਠੇ ਬੋਲ, ਉਹਨਾਂ ਦੇ ਉਹ ਕੁਛ ਵੀ ਬੋਲ ਦੇਣਾ, ਰਸਨਾ ਤੋਂ ਮਿੱਠੇ ਬੋਲ ਦੇਣਾ, ਉਹਨਾਂ ਦੀ ਉਹ ਭਾਵ ਉਹਨਾਂ ਦਾ ਬੋਲਿਆ ਮਿੱਠਾ ਲੱਗਦਾ ਹੈ। ਨਹੀਂ ਉਹ ਜਿਹੜੇ ਹੈਗੇ ਨਾ ਭੈਣ ਜੀ, ਦੇਖੋ ਇਹ ਗੱਲ ਤਾਂ ਹੋਰ ਕੋਈ ਹੋ ਰਹੀ ਹੈ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ। ਉਹ ਤਾਂ ਕਹਿ ਰਹੇ ਕਿ ਮਾਲਕਾ ਮੈਨੂੰ ਮਾਲਕ ਪਰਮਾਤਮਾ ਸਤਿਗੁਰੂ ਦੇ ਅੱਗੇ ਬੇਨਤੀ ਕਰ ਰਹੇ ਆ, ਮੈਨੂੰ ਮਾਲਕ ਪਰਮਾਤਮਾ ਦੇ ਬਾਰੇ ਗਿਆਨ ਦਿਓ। ਉਸ ਮਾਲਕ ਪਰਮਾਤਮਾ ਨੂੰ ਜਿਹੜਾ ਨਹੀਂ ਦਿਸਦਾ, ਮੈਂ ਉਹਦੀ ਭਗਤੀ ਕਿਵੇਂ ਕਰ ਸਕਾਂ, ਮਨ ਦੇ ਨਾਲ ਮੈਂ ਉਹਦੀ ਭਗਤੀ ਕਿਸ ਤਰੀਕੇ ਨਾਲ ਕਰਾਂ। ਨਾਨਕ ਨਾਮ ਪਵਿੱਤਰ ਹਰ ਮੁਖ ਬੋਲੀ ਸਭ ਦੁੱਖ ਭਰੀ। ਆ ਸਤਿਗੁਰੂ ਅੱਗੇ ਗਿਆਨ ਦੇ ਰਹੇ ਭਾਈ, ਬਈ ਉਹ ਮਾਲਕ ਪਰਮਾਤਮਾ ਦਾ ਧਿਆਨ ਕਰ, ਉਹਦਾ ਨਾਮ ਜਪ, ਉਹ ਪਵਿੱਤਰ ਹੈਗਾ, ਮੁਖ ਦੇ ਨਾਲ ਬੋਲ ਉਹਨੂੰ, ਤੇ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ। ਤੇਰੀ ਸਾਰੀ ਜੋ ਵੀ ਤੇਰੇ ਅੰਦਰ ਜਿਹੜੀ ਹੈਗੀ ਆ ਉਹ ਮਾਲਕ ਨੂੰ ਮਿਲਣ ਦੀ ਇੱਛਾ ਹੈ, ਉਹ ਪੂਰੀ ਹੋ ਜਾਏਗੀ। ਹਾਂਜੀ ਭੈਣ ਜੀ। ਸਤਿਗੁਰ ਦੇ ਆਪਾਂ ਨੇ ਸਨਮੁਖ ਰਹਿ ਕੇ ਪਰਮਾਤਮਾ ਦੇ ਆਪਾਂ ਨੇ ਗੁਣ ਗਾਉਣੇ ਨੇ। ਮਨ ਉਹਦੇ ਸਨਮੁਖ ਹੋ ਕੇ ਉਹ ਕਹਿੰਦੇ ਨੇ, ਪ੍ਰਭੂ ਕਹਿੰਦੇ ਨੇ ਵੀ ਤੁਸੀਂ ਮੇਰੇ ਸਨਮੁਖ ਸਤਿਗੁਰ ਦੇ ਸਨਮੁਖ ਹੋ ਜਾਓ। ਸਤਿਗੁਰ ਦੇ ਸਨਮੁਖ ਹੋ ਕੇ ਮਨੁੱਖ ਜਿਵੇਂ ਕਿ ਮਨੁੱਖ ਦਾ ਮਨ ਤੇ ਸਰੀਰ ਗੁਣ ਨਿਧਾਨ ਹਰੀ ਦੇ ਪ੍ਰੇਮ ਨਾਲ ਰੰਗਿਆ ਰਹਿੰਦਾ। ਜਿਸ ਨੂੰ ਸਤਿਗੁਰ ਦੀ ਥਾਪਨਾ ਮਿਲਦੀ ਹੈ, ਪ੍ਰਭੂ ਦੀ ਸ਼ਰਨੀ ਪਏ, ਉਸ ਮਨੁੱਖ ਨੂੰ ਪ੍ਰਭੂ ਆਪਣੇ ਨਾਲ ਮੇਲ ਲੈਂਦਾ। ਜਦੋਂ ਆਪਾਂ ਪ੍ਰਮਾਤਮਾ ਦਾ ਉਹਨੂੰ ਕਿਉਂਕਿ ਉਹ ਸਤਿਗੁਰ ਦੀ ਤਾਂ ਆਪਾਂ ਨੂੰ ਪਹਿਲਾਂ ਲੋੜ ਪੈਣੀ ਹੈ। ਸਤਿਗੁਰ ਨੇ ਜਿਵੇਂ ਆਪਾਂ ਨੂੰ ਸਮਝਾਉਣਾ, ਫਿਰ ਆਪਾਂ ਨੇ ਉਸ ਦੇ ਰੰਗ ਵਿੱਚ ਉਵੇਂ ਆਪਾਂ ਨੇ ਉਹ ਸਤਿਗੁਰ ਦੀ ਲੈ ਕੇ ਥਾਪਨਾ ਲੈ ਕੇ ਕਹਿ ਲਓ ਸਿੱਖਿਆ ਲੈ ਕੇ ਫਿਰ ਆਪਾਂ ਨੇ ਉਵੇਂ ਜੁੜਨਾ ਸਤਿਗੁਰ ਦੇ ਕਹੇ ਅਨੁਸਾਰ। ਭਗਤੀ ਕਰਨੀ ਹੈ ਸਤਿਗੁਰ ਦੇ ਕਹੇ ਅਨੁਸਾਰ। ਉਸ ਅਦਰਸ਼ ਉਹ ਮਾਲਕ ਪਰਮਾਤਮਾ ਜਿਹੜਾ ਨਹੀਂ ਦਿਸਦਾ ਉਹਦੀ ਭਗਤੀ ਕਰਨੀ ਆ। ਉਹਦੀ ਭਗਤੀ ਹੀ ਜਿਹੜੀ ਹੈਗੀ ਆ, ਆਹੀ ਇੱਕ ਜਿਹੜੀ ਹੈਗੀ ਆ ਆਪਾਂ ਨੂੰ ਕਰਨ ਵਾਸਤੇ ਜਿਹੜੀ ਹੈਗੀ ਆ। ਇਸੇ ਦੇ ਨਾਲ ਜਿਹੜਾ ਹੈਗਾ ਸੰਸਾਰ ਦੇ ਵਿੱਚ ਇੱਕੋ ਆਹੀ ਇੱਕ ਰਸਤਾ ਹੈਗਾ ਜਿਹਦੇ ਨਾਲ ਆਪਾਂ ਇਸ ਗੇਮ ਚੋਂ ਬਾਹਰ ਹੋ ਸਕਦੇ ਨਿਕਲ ਸਕਦੇ ਹਾਂ। ਹੋਰ ਕੋਈ ਰਸਤਾ ਹੀ ਨਹੀਂ ਹੈਗਾ। ਹਾਂਜੀ ਤੇ ਇਹਦੇ ਨਾਲ ਹਾਂਜੀ ਕਿਉਂਕਿ ਜਦੋਂ ਆਪਾਂ ਸਕੂਲ ਦੇ ਵਿੱਚ ਜਾਂਦੇ ਆ ਪੜ੍ਹਦੇ ਆ, ਪਹਿਲਾਂ ਤਾਂ ਆਪਾਂ ABC ਤੋਂ ਸਟਾਰਟਿੰਗ ਹੁੰਦੀ ਆ ਨਾ ਆਪਣੀ, ਫਿਰ ਉਹਨੂੰ ਕਿੰਨਾ ਆਪਾਂ ਉਹ ਕਰਦੇ ਆ ਜ਼ੋਰ ਨਾਲ, ਆਪਾਂ ਨੂੰ ਕਿੰਨਾ ਟੀਚਰ ਵੀ ਕਰਵਾਉਂਦੇ ਨੇ ਪੜ੍ਹੋ ਪਹਾੜੇ ਯਾਦ ਕਰੋ ਲਾਈਨਾਂ ਉੱਚੀ ਕਰਕੇ। ਜਦੋਂ ਐ ਪੂਰਾ ਸਿੱਖ ਜਾਂਦੇ ਆ, ਫਿਰ ਆਪਾਂ ਨੂੰ ਲੋੜ ਨਹੀਂ ਪੈਂਦੀ ਹੈਗੀ ਕਿ ਅਸੀਂ ਉੱਚੀ ਆਵਾਜ਼ ਦੇ ਅਸੀਂ ਸਵਾਲ ਕੱਢ ਕੇ ਪਰੇ ਰੱਖ ਦਿੰਦੇ ਆ, ਅੰਦਰੋਂ ਹੀ ਆ ਜਾਂਦਾ। ਇਹੀ ਚੀਜ਼ ਆ ਸਤਿਗੁਰ ਤੋਂ ਆਪਾਂ ਜੋ ਸਿੱਖਿਆ ਸਤਿਗੁਰ ਨੇ ਦਿੱਤੀ ਆ ਉਹ ਲੈ ਕੇ ਫਿਰ ਆਪਾਂ ਆਪਣੀ ਆਨੰਦ ਦੇ ਵਿੱਚ ਹੋ ਜਾਈਏ। ਹਾਂਜੀ ਅੱਗੇ ਪੌੜੀ ਹੈ, ਆਹ ਪੌੜੀ ਦੇ ਵਾਸਤੇ ਆਹ 2 ਸ਼ਲੋਕ ਲੱਗੇ ਹੋਏ ਸੀਗੇ। ਬਿਲਕੁਲ ਜੋ ਆਪਾਂ ਨੇ ਵਿਚਾਰ ਕੀਤੀ ਹੈ ਸ਼ਲੋਕਾਂ ਦੇ ਵਿੱਚ, ਆਹ ਪੌੜੀ ਜਿਹੜੀ ਹੈਗੀ ਉਹਨੂੰ ਕਲੀਅਰ ਕਰੇਗੀ ਬਈ ਉਹ ਮਾਲਕ ਪਰਮਾਤਮਾ ਜਿਹਦਾ ਰੂਪ ਰੇਖ ਰੰਗ ਨਹੀਂ ਹੈਗਾ, ਅਦ੍ਰਸ਼ ਹੈਗਾ, ਨਿਰੰਕਾਰ ਆਕਾਰ ਨਹੀਂ ਹੈਗਾ ਜਿਹਦਾ, ਉਹਨੂੰ ਕਿਸ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਔਰ ਉਹ ਮਾਲਕ ਹੈਗਾ ਸਾਰਿਆਂ ਦਾ, ਕਿਸ ਤਰ੍ਹਾਂ ਉਹਨੂੰ ਜਿਹੜੀ ਉਹਦੀ ਭਗਤੀ ਕਿਵੇਂ ਕਰਨੀ ਆ। ਪੌੜੀ ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਕਹਿੰਦੇ ਤੂੰ ਨਿਰੰਕਾਰ ਆ ਔਰ ਨਿਰੰਜਨ ਹੈਗਾ ਆ, ਤੈਨੂੰ ਕੋਈ ਕਾਲਕ ਹੀ ਨਹੀਂ ਹੈਗੀ। ਔਰ ਸਾਨੂੰ ਜਿਹੜੀ ਹੈਗੀ ਕਾਲਕ ਹੀ ਕਾਲਕ ਚਿੰਬੜੀ ਹੋਈ ਆ। ਔਰ ਮਾਲਕ ਹੈਗਾ ਤੂੰ, ਰਾਏ ਹੈਗਾ ਤੂੰ ਸਾਰੀ ਸ੍ਰਿਸ਼ਟੀ ਦਾ। ਅੱਗੇ ਹੁਣ ਦੱਸ ਰਹੇ ਭਾਈ, ਜਿਨੀ ਤੂੰ ਇੱਕ ਮਨੇ ਸੱਚ ਧਿਆਇਆ, ਤਿਨ ਕਾ ਸਭ ਦੁੱਖ ਗਵਾਇਆ। ਆ ਲਓ ਕਹਿੰਦੇ ਜਿਨ੍ਹਾਂ ਨੇ ਇੱਕ ਮਨ ਅੰਦਰੋਂ, ਜਿਨ੍ਹਾਂ ਨੇ ਇੱਕ ਮਨ ਹੋ ਕੇ ਤੇਰਾ ਧਿਆਨ ਕੀਤਾ, ਉਹਦਾ ਸਾਰਾ ਦੁੱਖ ਤੂੰ ਦੂਰ ਕਰ ਦੇਣਾ ਹੈ। ਆਇਆ ਭਗਤੀ ਧਿਆਨ ਤੇਰਾ ਸ਼ਰੀਕ ਕੋ ਨਾਹੀ, ਜਿਸਨੂੰ ਲਵੇ ਲਾਏ ਸੁਣਾਇਆ। ਕਹਿੰਦੇ ਤੇਰਾ ਕੋਈ ਹੋਰ ਸ਼ਰੀਕ ਹੀ ਨਹੀਂ ਹੈਗਾ ਭਾਈ, ਜਿਹਨੂੰ ਮੈਂ ਲਵੇ ਲਾਵਾਂ ਆਪਣੇ, ਜਿਹਨੂੰ ਮੈਂ ਸੁਣਾਵਾਂ, ਜਿਹਦੀ ਮੈਂ ਭਗਤੀ ਕਰਾਂ। ਤੇਰਾ ਤਾਂ ਕੋਈ ਸ਼ਰੀਕ ਹੈ ਹੀ ਨਹੀਂ ਹੈ।
ਤੇਰਾ ਸ਼ਰੀਕ ਕੋ ਨਾਹੀ ਜਿਸਨੂੰ ਲਵੇ ਲਾਏ ਸੁਣਾਇਆ। ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨੇ ਪਾਇਆ। ਕਹਿੰਦੇ ਤੇਰੇ ਵਰਗਾ ਦਾਤਾ ਤੂੰ ਹੀ ਹੈਗਾ, ਨਿਰੰਜਨ ਤੂੰ ਹੀ ਹੈਗਾ। ਮਾਇਆ ਤਾਂ ਤੂੰ ਬਣਾਈ ਆ, ਮਾਇਆ ਤੋਂ ਉੱਪਰ, ਮਾਇਆ ਤੋਂ ਪਰੇ ਤੂੰ ਹੀ ਹੈਗਾ ਆ। ਔਰ ਤੂੰ ਹੀ ਸੱਚ ਹੈਗਾ, ਹਮੇਸ਼ਾ ਰਹਿਣ ਵਾਲਾ ਹੈਗਾ ਆ। ਬਾਕੀ ਸਾਰਾ ਜੋ ਕੁਛ ਦਿਸ ਰਿਹਾ ਆ ਉਹ ਜਿਹੜਾ ਹੈਗਾ ਝੂਠ ਹੈਗਾ। ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨੇ ਪਾਇਆ। ਮੈਨੂੰ ਪਾ ਗਿਆ ਭਾਈ, ਮੇਰੇ ਗੁਰੂ ਨੇ ਜਿਹੜਾ ਹੈਗਾ ਮੇਰੇ ਉੱਤੇ ਕਿਰਪਾ ਕਰ ਦਿੱਤੀ ਔਰ ਮੈਨੂੰ ਜਿਹੜਾ ਹੈਗਾ ਉਹ ਨਿਰੰਕਾਰ ਉਸ ਨਿਰੰਜਨ ਦੀ ਭਗਤੀ ਕਰਨੀ ਸਿਖਾ ਦਿੱਤੀ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਕਹਿੰਦੇ ਹੇ ਮੇਰੇ ਮਾਲਕਾ ਤੂੰ ਹਮੇਸ਼ਾ ਰਹਿਣ ਵਾਲਾ ਆ ਔਰ ਤੂੰ ਮੇਰਾ ਮਾਲਕ ਆ, ਸਾਰਿਆਂ ਦਾ ਮਾਲਕ ਆ। ਸੱਚੇ ਸੱਚ ਨਾਇਆ, ਤੇਰਾ ਨਾਮ ਵੀ ਸੱਚਾ ਹੈ ਮਾਲਕਾ। ਔਰ ਇੱਕੋ ਤੇਰਾ ਨਾਮ ਆਹੀ ਇੱਕ ਕੜੀ ਹੈਗੀ ਜਿਹੜੀ ਤੈਨੂੰ ਤੇਰੇ ਤੱਕ ਜਿਹੜਾ ਹੈਗਾ ਮੇਰਾ ਜਿਹੜਾ ਹੈਗਾ ਮੇਲ ਕਰਵਾ ਸਕਦੀ। ਹਾਂਜੀ ਭੈਣ ਜੀ। ਹਾਂਜੀ, ਤੂੰ ਕਰਤਾ ਪੁਰਖ। ਹਾਂ, ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਏ। ਹਾਂਜੀ ਭੈਣ ਜੀ। ਇਹਦੇ ਚ ਇਹ ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਹੈਗਾ ਤੇ ਜੋ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਵਿਆਪਕ ਹੈ ਤੇ ਫਿਰ ਫਿਰ ਵੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਤੇ ਫਿਰ ਵੀ ਪਹੁੰਚ ਤੋਂ ਪਰੇ ਆ। ਪਰਮਾਤਮਾ ਪਹੁੰਚ ਤੋਂ ਫਿਰ ਵੀ ਪਰੇ ਆ। ਦੇਖੋ ਨਾਲੇ ਤਾਂ ਆਪਣੇ ਵਿੱਚ ਵੀ ਹੈ ਤੇ ਨਾਲੇ ਆਪਾਂ ਤੋਂ ਕਹਿੰਦੇ ਹੁੰਦੇ ਨੇ ਪਰੇ ਵੀ ਆ। ਤੇ ਆਪਣੀ ਇਹ ਸਾਰੀ ਜਿਹੜੀ ਦੁਨਿਆਵੀ ਉਹ ਆ, ਕਿਸੇ ਦੇ ਨਾਲ ਤੈਨੂੰ ਤੁਲਨਾ ਨਹੀਂ ਦੇ ਕਿਸੇ ਦੇ ਨਾਲ ਅਸੀਂ ਤੁਲਨਾ ਹੀ ਨਹੀਂ ਕਰ ਸਕਦੇ ਪਰਮਾਤਮਾ ਦੀ, ਕਿਉਂਕਿ ਅਸੀਂ ਕਿਸੇ ਦੇ ਨਾਲ ਉਹਦੀ ਤੁਲਨਾ ਨਹੀਂ ਕਰ ਸਕਦੇ ਹੈਗੇ। ਤੇ ਕਿਸ ਦਾ ਨਾਮ ਲਈਏ, ਤੇਰੇ ਜਿੱਦਾਂ ਹੋਰ ਕੋਈ ਨਹੀਂ ਤੇ ਅਸੀਂ ਕਿਹਦਾ ਨਾਮ ਲਈਏ। ਕਹਿੰਦਾ ਤੇਰੇ ਜਿਹੜਾ ਹੁਣ ਮੇਰੇ ਵਰਗਾ ਸਵਾਲ ਪੁੱਛਦਾ ਸਤਿਗੁਰ ਤੋਂ ਵੀ ਅਸੀਂ ਕਿਹਦਾ ਨਾਮ ਲਈਏ ਤੇ ਵੀ ਤੇਤੋਂ ਵੱਡਾ ਤਾਂ ਕੋਈ ਹੈ ਹੀ ਨਹੀਂਗਾ। ਕਿਹਦਾ ਨਾਮ ਲਈਏ ਅਸੀਂ, ਤੇਤੋਂ ਵੱਡਾ ਤਾਂ ਕਹਿੰਦਾ ਕੋਈ ਨਹੀਂ ਹੈਗਾ। ਤੈਨੂੰ ਹੀ ਤੇਰੇ ਜਿਹਾ ਆਖ ਸਕਦੇ ਹਨ ਜਿਹੜੇ ਤੇਰੇ ਵਰਗਾ ਹੋ ਜਾਂਦੇ ਨੇ। ਤੈਨੂੰ ਤੇਰੇ ਵਰਗਾ ਹੀ ਆਖ ਸਕਦੇ ਨੇ, ਹੋਰ ਏਦੋਂ ਵੱਡਾ ਅਸੀਂ ਕੁਛ ਨਹੀਂ ਕਹਿ ਸਕਦੇ ਹੈਗੇ। ਤੇ ਤੇਰੀ ਤੁਲਨਾ ਕਰਨੀ ਬਹੁਤ ਮੁਸ਼ਕਿਲ ਆ। ਤੇ ਜੋ ਤੇਰੇ ਵਿੱਚ ਲੀਨ ਹੋ ਜਾਂਦੇ ਨੇ ਉਹੀ ਤੇਰੇ ਵਰਗੇ ਹੋ ਕੇ ਫਿਰ ਉਹ ਦੱਸ ਸਕਦੇ ਨੇ। ਤੂੰ ਹਰ ਇੱਕ ਸਰੀਰ ਵਿੱਚ ਵਿਆਪਕ ਹੈ। ਤੂੰ ਹਰੇਕ, ਚਾਹੇ ਕੋਈ ਚੰਗਾ ਚਾਹੇ ਕੋਈ ਕੁਛ ਵੀ ਆ, ਲੈ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਪ੍ਰਕਿਰਤੀ ਦੇ ਵਿੱਚ ਤੂੰ ਵਿਆਪਕ ਆ। ਹਰੇਕ ਚੀਜ਼ ਦੇ ਵਿੱਚ ਤੂੰ ਵਿਆਪਕ ਆ। ਪਰ ਸਾਨੂੰ ਨਹੀਂ, ਅਸੀਂ ਦੇਖ ਨਹੀਂ ਸਕਦੇ ਹੈਗੇ। ਜਿਨ੍ਹਾਂ ਨੇ ਆਪਣੀ ਕਰ ਲਈ ਆ, ਸਹਿਜਤਾ ਦੇ ਵਿੱਚ ਚਲੇ ਗਏ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਟਾਈਮ ਦਿੱਤਾ, ਸਮਾਂ ਦਿੱਤਾ, ਉਹਨਾਂ ਨੇ ਦੇਖ ਲਿਆ। ਉਹ ਪ੍ਰਕਿਰਤੀ ਨੂੰ ਦੇਖ ਕੇ ਸਾਰਾ ਕੁਛ ਉਹ ਦੇਖ ਰਹੇ ਨੇ। ਪਰਮਾਤਮਾ ਸਾਰਿਆਂ ਦੇ ਵਿੱਚ ਵਿਆਪਕ ਆ, ਚਾਹੇ ਕੋਈ ਚੰਗਾ ਇਨਸਾਨ ਆ, ਚਾਹੇ ਕੋਈ ਭਗਤ ਆ, ਚਾਹੇ ਕੋਈ ਚੋਰ ਆ, ਚਾਹੇ ਕੋਈ ਠੱਗ ਆ, ਤੇ ਉਹ ਹਰੇਕ ਦੇ ਵਿੱਚ ਵਿਆਪਕ ਆ। ਪਰ ਇਸ ਗੱਲ ਉਹਨਾਂ ਤੇ ਪ੍ਰਗਟ ਹੁੰਦੀ ਹੈ ਜੋ ਸਤਿਗੁਰ ਦੇ ਸਨਮੁਖ ਹੁੰਦੇ ਹਨ। ਇਹ ਜਿਹੜੀ ਗੱਲ ਮਾਲਕ ਨੇ ਕਹੀ ਆ ਨਾ, ਇਹ ਉਹਨਾਂ ਦੇ ਹੀ ਸਨਮੁਖ ਹੁੰਦੀ ਆ। ਇਹ ਸਤਿਗੁਰ ਦੇ ਸਨਮੁਖ ਹੁੰਦੇ ਨੇ। ਹੇ ਪ੍ਰਭੂ ਤੂੰ ਸਦਾ ਸਥਿਰ ਰਹਿਣ ਵਾਲਾ ਸਭ ਦਾ ਮਾਲਕ ਹੈ। ਤੂੰ ਸਾਰਿਆਂ ਦਾ ਮਾਲਕ ਆ। ਚਾਹੇ ਕੋਈ ਵਾਹਿਗੁਰੂ ਦੀ ਕਿਰਪਾ ਦੇ ਵਿੱਚ ਦੇਖੋ, ਚਾਹੇ ਕੋਈ ਨਾਮ ਜਪਦਾ ਚਾਹੇ ਨਹੀਂ ਜਪਦਾ, ਜਿਵੇਂ ਕਿ ਸੂਰਜ ਆਪਾਂ ਨੂੰ ਰੌਸ਼ਨੀ ਦਿੰਦਾ, ਚਾਹੇ ਕੋਈ ਉਹਦਾ ਨਾਮ ਜਪੇ ਚਾਹੇ ਨਾ ਜਪੇ, ਤੇ ਆਪਾਂ ਨੂੰ ਸਾਰਿਆਂ ਨੂੰ ਜਲ ਵੀ ਮਿਲਦਾ, ਚਾਹੇ ਕੋਈ ਨਾਮ ਜਪੇ ਚਾਹੇ ਨਾ ਜਪੇ। ਤੇ ਉਹ ਸਾਰੀ ਫੇਰ ਵੀ ਉਹ ਸਾਰਿਆਂ ਨੂੰ ਆਪਣੀ ਮਾਲਕ ਆਪਣੀ ਉਹ ਕਰਦਾ। ਉਹ ਸਦਾ ਹੀ ਸਥਿਰ ਰਹਿਣ ਵਾਲਾ ਪਰਮਾਤਮਾ, ਸਾਰਿਆਂ ਦਾ ਮਾਲਕ ਆ। ਉਹ ਸਭ ਤੋਂ ਸੁੰਦਰ ਆ, ਸ੍ਰੇਸ਼ਟ ਆ। ਨਿਸ਼ਚਾ ਹੋ ਜਾਏ ਕਿ ਤੂੰ ਕਰਦਾ ਹੈ ਸੋਈ ਹੁੰਦਾ ਹੈ। ਅਸੀਂ ਕਿਉਂ ਝੁਰੀਏ, ਅਸੀਂ ਕਾਹਤੇ ਝੁਰੀਏ। ਜੋ ਪ੍ਰਮਾਤਮਾ ਕਰਦਾ ਸੋਈ ਹੁੰਦਾ। ਜਿਹੜੀ ਆ ਸੰਗਤ ਦੇ ਵਿੱਚ ਬੈਠੇ ਆ, ਉਸ ਮਾਲਕ ਨੇ ਸਾਰਿਆਂ ਤੇ ਕਿਰਪਾ ਕੀਤੀ ਹੈ। ਥੋੜਾ ਜਿਹੀ ਵੀ ਸੋਚ ਆਈ ਆ ਨਾ ਮਨ ਦੇ ਵਿੱਚ, ਤਾਂ ਸੰਗਤ ਮਿਲੀ ਆ, ਤਾਂ ਇਸ ਸੰਗਤ ਦੇ ਵਿੱਚ ਬਹਿ ਕੇ ਆਪਾਂ ਆਪਣੇ ਆਪ ਨੂੰ ਸਮਾਂ ਦਈਏ। ਕਿਉਂ ਝੁਰਨਾ, ਕਾਹਦੇ ਵਾਸਤੇ ਝੁਰਨਾ ਅਸੀਂ ਨਹੀਂ। ਸਾਨੂੰ ਬਹੁਤ ਵਧੀਆ ਸੰਗਤ ਮਿਲੀ ਹੈ, ਇਹਦੇ ਵਿੱਚ ਬੈਠ ਕੇ
ਬਸ ਆਪਣੇ ਆਪ ਨੂੰ ਸਮਾਂ ਦਿਓ, ਇਕਾਗਰਤਾ ਦੇ ਵਿੱਚ ਜਾਓ, ਇਹੀ ਖੇਡ ਆ ਮਾਲਕ ਦੀ। ਹਾਂ ਅੱਗੇ ਹਾਂਜੀ ਤੀਸਰੀ ਜਿਹੜੀ ਹਾਂਜੀ ਹਾਂਜੀ ਮੈਂ 1 ਮਿੰਟ ਲੈਣਾ ਜੀ। ਹਾਂਜੀ ਹਾਂਜੀ ਮੈਂ ਨਾ ਦੇਖਿਆ ਕਹਿੰਦੇ ਜੀ ਤੂੰ ਸਮਰੱਥ, ਹਾਂਜੀ ਕੋਈ ਨਹੀਂ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਜੈ ਉਹ ਮਾਲਕ, ਉਸ ਤੋਂ ਵੱਡਾ ਸਮਰੱਥ ਕੌਣ ਹੈ? ਬਿਲਕੁਲ ਉਹ ਆਪ ਹੀ ਨਿਰੰਕਾਰ ਹੈ, ਆਪ ਹੀ ਨਿਰੰਜਨ ਹੈ। ਦੇਖੋ ਮਾਇਆ ਦੇ ਵਿੱਚ ਮਾਇਆ ਦੇ ਰਹਿਤ ਪ੍ਰਭੂ ਹੈ। ਦੇਖੋ ਬਿਲਕੁਲ ਉਹ ਆਪ ਨਿਰੰਕਾਰ, ਕੋਈ ਆਕਾਰ ਚ ਨਹੀਂ ਹੈ। ਉਹ ਜਿਨ੍ਹਾਂ ਨੇ ਵੀ ਉਹਨੂੰ ਇੱਕ ਮਨ ਨਾਲ ਧਿਆ ਲਿਆ ਤੇ ਉਹਦੇ ਸਾਰੇ ਦੁੱਖ ਸੁੱਖ, ਸਭ ਤੋਂ ਵੱਡਾ ਦੁੱਖ ਸੁੱਖ ਜੰਮਣ ਮਰਨ ਉੱਡ ਗਿਆ। ਕਿੱਥੇ ਗਿਆ ਉਹ? ਜੰਮਣਾ ਮਰਨ ਤੋਂ ਬਾਹਰ ਹੋ ਗਿਆ, ਪਾਰ ਹੋ ਗਿਆ, ਬਚ ਕੇ ਸਾਈਡ ਹੋ ਕੇ ਨਿਕਲ ਗਿਆ ਉਹ। ਤੇ ਉਹ ਕਹਿੰਦੇ ਵੀ ਉਹ ਤੇਰਾ ਸਰੀਰ ਅਸਰੀਕ ਕੋ ਨਹੀਂ। ਉਹ ਕਹਿੰਦੇ ਮੈਂ ਹੁਣ ਕਿਹਨੂੰ ਧਿਆਵਾਂ ਜਦ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਮੇਰਾ ਮੁਝਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਹਾਂਜੀ ਤੇ ਉਹ ਕਹਿੰਦੇ ਮੈਂ ਤੈਨੂੰ ਛੱਡ ਕੇ ਕਿੱਥੇ ਜਾਵਾਂ ਮੇਰੇ ਮਾਲਕਾ, ਮੈਂ ਕਿੱਥੇ ਜਾਵਾਂ ਸੱਚੇ ਮੇਰੇ ਸਾਹਿਬਾ। ਉਹ ਕਹਿੰਦੇ ਤੂੰ ਤੁਧ ਜੇਵੜ ਵੱਡਾ, ਤੁਧ ਜੇਵੜ ਦਾਤਾ ਤੂੰ ਹੈ, ਉਹ ਤੂੰ ਹੀ ਹੈ। ਤੇਰੇ ਤੋਂ ਉੱਪਰ ਹੁਣ ਕੁਝ ਹੈ ਹੀ ਨਹੀਂ। ਤੂੰ ਹੀ ਨਿਰੰਜਨ ਹੈ, ਤੂੰ ਹੀ ਸੱਚ। ਮੇਰੇ ਜਿਹੜਾ ਮਨ ਨੂੰ ਲੱਗਿਆ ਹੈ ਤੂੰ ਹੀ ਤਾਂ ਸੱਚ ਹੈ, ਬਾਕੀ ਤਾਂ ਸਭ ਝੂਠ ਹੈ। ਉਹਦੀਆਂ ਖੇਡਾਂ ਨੇ ਜੀ ਸਾਰੀਆਂ। ਸਾਰੀ ਉਹ ਮਾਲਕ, ਉਹ ਕਹਿੰਦੇ ਵੀ ਸਤਿਗੁਰ, ਕਿਉਂਕਿ ਉਹ ਸਤਿਗੁਰ, ਉਹ ਪ੍ਰਮਾਤਮਾ ਸਤਿਗੁਰ ਦੇ ਦੱਸੇ ਹੋਏ ਤਰੀਕੇ ਅਨੁਸਾਰ, ਵਿਧੀ ਅਨੁਸਾਰ ਜਦੋਂ ਅਸੀਂ ਇਸ ਧਿਆਨ ਸਿਮਰਨ ਚ ਜਾਵਾਂਗੇ ਤਾਂ ਹੀ ਉਹ ਗੱਲ ਕਹਿ ਸਕਾਂਗੇ ਕਿ ਸਤਿਗੁਰ ਹੋਏ ਦਿਆਲ, ਤਾਂ ਸਰਧਾ ਪੂਰੀ ਹੈ। ਤਾਂ ਉਹ ਸਾਰੇ ਬਸ ਉਹ ਪੂਰਾ ਹੀ ਜੀ ਸਾਰਾ ਕੰਮ ਜੀ। ਵੀ ਸੌਰੀ ਮੈਂ ਥੋੜਾ ਨਹੀਂ ਵਧੀਆ, ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ। ਸੁਖਵਿੰਦਰ ਜੀ ਇੱਕ ਨਾ ਆਪਣੇ ਜਿਹੜੇ ਹੈਗੇ ਨਾ ਦੇਖੋ ਇਹਦੇ ਵਿੱਚ ਤੇਰਾ ਸਰੀਕ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ। ਹੁਣ ਦੇਖੋ ਇਹਦੇ ਵਿੱਚ ਕੋਈ ਕਹਿ ਸਕਦਾ ਵੀ ਦੇਖੋ ਆ ਇੰਨੀ ਦੁਨੀਆ ਹੈਗੀ, ਇੰਨੇ ਬ੍ਰਹਮ ਗਿਆਨੀ ਹੈਗੇ, ਸਾਰੇ ਜਿਹੜੇ ਹੈਗੇ ਦੇਖੋ ਇਹ ਤਾਂ ਅਲੱਗ-ਅਲੱਗ ਨਜ਼ਰ ਆਉਂਦੇ ਆ ਭਾਈ। ਜਿਹੜੇ ਆਹੀ ਚੀਜ਼ ਹੈਗੀ ਆ ਆਪਾਂ ਨੂੰ ਅਲੱਗ-ਅਲੱਗ ਨਜ਼ਰ ਆਉਂਦੇ ਆ। ਜਿਹੜੀ ਸੱਚ ਹੈਗਾ ਉਹ ਮਾਲਕ ਪਰਮਾਤਮਾ ਹੀ ਹੈ ਸਾਰਿਆਂ ਦੇ ਵਿੱਚ। ਸੱਚ ਚੀਜ਼ ਮਾਲਕ ਪਰਮਾਤਮਾ ਹੈ, ਬਾਕੀ ਉਹਦੀ ਸ਼ਕਤੀ ਹੈ, ਆਕਾਰ ਜਿਹੜਾ ਹੈ, ਸਰੀਰ ਜੋ ਦਿਸ ਰਿਹਾ ਹੈ, ਜੋ ਵੀ ਹਵਾ ਪਾਣੀ ਜੋ ਨਜ਼ਰ ਆ ਰਹੀ ਹੈ ਉਹ ਸ਼ਕਤੀ ਹੈ ਮਾਲਕ ਦੀ। ਔਰ ਜੋ ਚੀਜ਼ ਨਹੀਂ ਨਜ਼ਰ ਆ ਰਹੀ, ਜਿਹਦੇ ਨਾਲ ਇਹ ਜਿਹੜੇ ਸਾਰੀਆਂ ਕਠਪੁਤਲੀਆਂ ਤੁਰ ਰਹੀਆਂ, ਉਹ ਹੈਗਾ ਮਾਲਕ ਪਰਮਾਤਮਾ ਆਪ। ਬਸ ਇਸ ਲਈ ਉਸ ਤੋਂ ਇਲਾਵਾ ਕੋਈ ਨਹੀਂ ਹੈਗਾ। ਆਹ ਗੱਲ ਹੈਗੀ। ਬਿਲਕੁਲ ਠੀਕ ਹੈ ਜੀ। ਉਹ ਨਿਰਲੇਪ ਹੈ, ਉਹ ਤਾਂ ਆਪਣਾ ਦੇਖ ਰਿਹਾ। ਉਹ ਵੀ ਤੁਸੀਂ ਇੱਛਾ ਤਾਂ ਤੁਸੀਂ ਕਰਨੀ ਹੈ ਨਾ, ਚਾਹੇ ਤੁਸੀਂ ਇਹ ਸੰਸਾਰ ਵੱਲ ਤੁਰ ਪੋ ਚਾਹੇ ਨਿਰੰਕਾਰ ਵੱਲ ਤੁਰ ਪੋ, ਇੱਛਾ ਤਾਂ ਸਾਡੀ ਆਪਣੀ ਹੈ। ਬਿਲਕੁਲ ਉਹ ਸਾਡੀ ਦੀ ਇੱਛਾ, ਉਹ ਕਰਮ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਜੋ ਵੀ ਆਪਣੀ ਇੱਛਾ ਹੋਈ, ਪ੍ਰਗਟ ਹੋਈ, ਥੋੜੀ ਜਿਹੀ ਵੀ ਭਾਵਨਾ ਆਈ ਤਾਂ ਦੇਖੋ ਸੰਗਤ ਦੇ ਵਿੱਚ ਬਿਠਾਤਾ ਨਾ ਮਾਲਕ ਨੇ ਲਿਆ ਕੇ ਸਭ ਨੂੰ, ਜਿਹਦੀ ਵੀ ਇੱਛਾ ਪ੍ਰਗਟ ਹੋਈ। ਇਸ ਤੋਂ ਅੱਗੇ ਤੀਸਰੀ ਪੌੜੀ, ਸ਼ਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ। ਬਸ ਜਿਹੜਾ ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਆਪ ਨੂੰ ਕੁਛ ਸਮਝਦਾ ਹੈ ਭਾਈ, ਕਰਤਾ ਸਮਝਦਾ ਹੈ ਆਪਣੇ ਆਪ ਨੂੰ ਇਕਾਈ ਸਮਝਦਾ ਹੈ, ਆਪਣੇ ਆਪ ਨੂੰ ਸਰੀਰ ਸਮਝਦਾ ਹੈ, ਆਪਣੇ ਆਪ ਨੂੰ ਜਿਹੜਾ ਹੈਗਾ ਕੁਛ ਸਮਝਦਾ ਹੈ, ਤੇ ਉਹ ਜਿਹੜਾ ਹੈਗਾ ਹੈ ਇੱਕ ਮਾਲਕ ਪਰਮਾਤਮਾ। ਔਰ ਆਪਾਂ ਜਿਹੜੇ ਹੈਗੇ ਗੁਰੂ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਅਸੀਂ ਸ਼ੁਰੂ ਕਰਨ ਲੱਗੇ ਹਾਂ ਇੱਕ ਨਵੀਂ ਪੌੜੀ। 301 ਅੰਗ ਦੇ ਉੱਤੇ ਹੈਗੇ ਆ, ਤੀਸਰੀ ਪੌੜੀ ਲੈਣ ਲੱਗੇ ਆ। ਸ਼ਲੋਕ ਮਹੱਲਾ ਚੌਥਾ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ। ਕਿਉਂ ਇਨਸਾਨ ਭਟਕਦਾ ਕਿਉਂ ਹੈ, ਭੁੱਲਦਾ ਕਿਉਂ ਹੈ? ਕਿਉਂਕਿ ਉਹ ਮਨ ਦੇ ਪਿੱਛੇ ਚੱਲਦਾ ਹੈ, ਮਨ ਦੀ ਮੰਨਦਾ ਹੈ। ਤੇ ਮਨ ਦੀ ਮੰਨਦਾ ਹੈ, ਤੇ ਮਨ ਤਾਂ ਹੋਂਦ ਹੈਗੀ ਭਾਈ। ਮਨ ਜਿਹੜਾ ਹੈਗਾ ਉਹ ਹਉਮੈ ਹੈ। ਮਨ ਜਿਹੜਾ ਹੈਗਾ, ਮਨ ਦੇ ਉੱਤੇ ਕਾਲਕ ਚੜੀ ਹੋਈ, ਜਨਮਾਂ ਦੀ ਮੈਲ ਚੜੀ ਹੋਈ ਹੈ। ਮਨ ਦੀ ਤਾਂ ਜੋਤ ਨਜ਼ਰ ਨਹੀਂ ਆਉਂਦੀ ਭਾਈ। ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ। ਜਿਹੜਾ ਫਿਰ ਮਨ ਦੇ ਪਿੱਛੇ ਚੱਲ ਰਿਹਾ ਹੈ, ਜਿਹਦੇ ਅੰਦਰ ਹਉਮੈ ਹੈਗੀ, ਉਹ ਜਿਹੜਾ ਹੈਗਾ ਦੁਰਜਨ ਹੈਗਾ। ਉਹਦੀ ਮੱਤ ਜਿਹੜੀ ਹੈਗੀ ਸੱਜਣ ਨਹੀਂ ਹੈਗਾ ਭਾਈ, ਸੱਜਣਾ ਵਾਲੀ ਮੱਤ ਨਹੀਂ ਹੈਗੀ ਉਹਦੀ।
ਉਹਦੀ ਮੱਤ ਜਿਹੜੀ ਹੈਗੀ ਆ ਉਹ ਭੈੜੀ ਮੱਤ ਰਹੇਗੀ, ਮਨ ਮੱਤ ਰਹੇਗੀ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਕਹਿੰਦੇ ਤੇਰਾ ਜੇ ਰੋਗ, ਜੇ ਇਨਸਾਨ ਨੂੰ ਪਤਾ ਹੋਏ ਵੀ ਮੇਰੇ ਅੰਦਰ ਆਹ ਰੋਗ ਹੈਗਾ, ਮੇਰੇ ਅੰਦਰ ਮੈਲ ਹੈਗੀ ਆ, ਤੇ ਕਹਿੰਦੇ ਪਿਆਰਿਆ ਫਿਰ ਜਿਹੜਾ ਹੈਗਾ ਤੂੰ ਰੋਗ ਗਵਾ ਲਾ, ਸਤਿਗੁਰੂ ਨੂੰ ਮਿਲ, ਸਾਧੂ ਨੂੰ ਮਿਲ, ਸੱਜਣਾ ਨੂੰ ਮਿਲ, ਜਿਨ੍ਹਾਂ ਨੇ ਇਹ ਯਾਤਰਾ ਕੀਤੀ ਆ ਉਹਨਾਂ ਨੂੰ ਮਿਲ ਕੇ ਔਰ ਇਹ ਰੋਗ ਦੀ ਦਵਾਈ ਲੈ ਲਾ। ਇਹਦੀ ਦਵਾਈ ਹੈਗੀ ਧਿਆਨ ਸਿਮਰਨ। ਆਹ ਦਵਾਈ ਲੈ ਲਾ, ਆਪਣੀ ਦਵਾਈ ਖਾ, ਇਹ ਰੋਗ ਦੂਰ ਹੋ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ ਸੰਗਤ ਜੀ। ਦੇਖੋ ਬਾਣੀ ਕੀ ਸਮਝਾਉਂਦੀ ਹੈ? ਬਾਣੀ ਸਾਨੂੰ ਇਹ ਕਹਿੰਦੀ ਹੈ ਮਨ ਅੰਦਰ ਹਉਮੈ ਰੋਗ ਹੈ ਤੇ ਉਹ ਕੀ ਕਰਦੀ ਆ? ਉਹ ਮਤਲਬ ਇਹਨੂੰ ਕੰਮ ਦੇ ਨਾਲ ਇੱਕ ਨਹੀਂ ਹੋਣ ਦੇ ਰਹੀ, ਕਿਉਂਕਿ ਹਉਮੈ ਹੈ ਨਾ ਅੰਦਰ, ਰੋਗ ਆ। ਰੋਗ ਦਾ ਮਤਲਬ ਬਿਮਾਰੀ। ਤੇ ਫਿਰ ਕਹਿੰਦੇ ਭਰਮ ਭੁੱਲੇ ਮਨਮੁਖ ਦੁਰਜਨ। ਦੁਰਜਨ, ਹਾਂ। ਪਰਮ ਜੋ ਆਕਾਰ ਹੈ, ਆਕਾਰ ਦੇ ਪਿੱਛੇ ਹੀ ਉਹਨੇ ਜਾਣਾ ਹੈ, ਸਵਾਦਾਂ ਦੇ ਪਿੱਛੇ, ਤੇ ਭੁੱਲਿਆ ਹੋਇਆ ਹੈ ਭਾਈ, ਤੇ ਮਨਮੁਖ ਹੈਗਾ, ਤੇ ਭੈੜੀ ਮੱਤ ਆ। ਕਹਿੰਦੇ ਚੰਗੀ ਮੱਤ ਨਹੀਂ ਹੈਗੀ ਇਹ। ਹਾਂ ਬਿਲਕੁਲ ਸਹੀ ਹੈ ਜੀ। ਤਾਂ ਉਹ ਫਿਰ ਕੀ ਕਰਦੇ ਆ ਕਿ ਇਹ ਭੁੱਲ ਜਾਂਦੇ ਆ। ਭੁੱਲੇ ਦਾ ਮਤਲਬ ਭੁੱਲ ਜਾਣਾ। ਕੋਈ ਮਤਲਬ ਉਹ ਚੀਜ਼ ਲੱਭ ਨਹੀਂ ਪਾ ਰਹੇ। ਕਿਉਂ ਨਹੀਂ ਲੱਭ ਰਹੇ? ਲੱਭ ਪਾ ਰਹੇ ਕਿਉਂਕਿ ਅੰਦਰ ਹਉਮੈ ਹੈਗੀ ਹੈ। ਹਉਮੈ ਬਹੁਤ ਇੱਕ ਰੋਗ ਹੈ। ਇਹ ਤੁਹਾਨੂੰ ਹਮੇਸ਼ਾ ਹੀ ਪ੍ਰਮਾਤਮਾ ਤੋਂ ਅਲੱਗ ਆਪਣੀ ਹੋਂਦ ਬਣਾਉਣ ਵਾਸਤੇ ਤੁਹਾਨੂੰ ਕਹਿੰਦਾ ਹੈ। ਹਉਮੈ ਜਿਹੜੀ ਏਡੀ ਮਾੜੀ ਚੀਜ਼ ਹੈ, ਤੁਹਾਨੂੰ ਬ੍ਰਹਮ ਤੋਂ ਤੋੜ ਦਿੰਦੀ ਹੈ, ਬਿਲਕੁਲ ਦੂਰ ਲੈ ਜਾਂਦੀ, ਗਲਤ ਰਸਤੇ ਤੇ ਪਾ ਦਿੰਦੀ ਆ, ਭੂਲ ਭੁਲਈਆ ਚ ਪਾ ਦਿੰਦੀ। ਬਾਣੀ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ। ਜਦੋਂ ਤੁਸੀਂ ਹਉਮੈ ਜਾ ਗਏ ਨਾ, ਫਿਰ ਉੱਥੇ ਪ੍ਰਮਾਤਮਾ ਕੋਈ ਨਹੀਂ ਜਾਏਗਾ, ਉੱਥੇ ਦੀ ਇਕੱਲੇ ਹੈਗੇ ਜੋ ਨਾ। ਕਹਿੰਦੇ ਜਬ ਤੁਮ ਹੋਤੇ ਤਬ ਹਮ ਨਹੀਂ, ਜਬ ਹਮ ਹੋਤੇ ਤਬ ਤੁਮ ਨਹੀਂ। ਜਦੋਂ ਮੈਂ ਵਾਂ ਤੇ ਫਿਰ ਤੂੰ ਨਹੀਂ ਆ, ਤੇ ਜਦੋਂ ਤੂੰ ਆ ਤੇ ਫਿਰ ਮੈਂ ਨਹੀਂ ਆ। ਇਹਦਾ ਮਤਲਬ ਮੇਰਾ ਹੋਣਾ ਬਹੁਤ ਵੱਡੀ ਪ੍ਰੋਬਲਮ ਹੈ, ਤੇ ਉਹ ਪ੍ਰੋਬਲਮ ਹੈ ਮੇਰੀ ਹਉਮੈ। ਹਉਮੈ ਦੇ ਵਿੱਚ ਹੀ ਆਪਾਂ ਸਾਰਾ ਜੀਵਨ ਬਤੀਤ ਕਰਦੇ ਹਾਂ। ਤੇ ਜਿਹੜਾ ਬੰਦਾ ਹਉਮੈ ਦੇ ਨਾਲ ਹੀ ਸੰਸਾਰ ਤੋਂ ਚੱਲ ਜਾਂਦਾ ਹੈ, ਉਹ ਬੰਦੇ ਨੂੰ ਦੁਬਾਰਾ ਵਾਪਸ ਆਉਣਾ ਪਵੇ, ਕਿਉਂਕਿ ਉਹਨੇ ਤੁਹਾਨੂੰ ਅੱਗੇ ਲੈ ਜਾਣਾ। ਹਉਮੈ ਨੂੰ ਨਸ਼ਟ ਕਰਨ ਵਾਸਤੇ ਮਾਨਸ ਜਨਮ ਮਿਲਿਆ, ਹੋਰ ਕੋਈ ਕੰਮ ਨਹੀਂ ਜੇ ਕਰਨਾ। ਤੁਸੀਂ ਆਪਣੀ ਹਉਮੈ ਨੂੰ ਨਸ਼ਟ ਕਰਨਾ ਹੈ। ਔਰ ਜਿੱਦਣ ਹਉਮੈ ਨਸ਼ਟ ਹੋ ਗਈ ਤੇ ਫਿਰ ਬ੍ਰਹਮ ਰਹਿ ਗਿਆ। ਇਹ ਤੇ ਆਤਮਾ ਹੀ ਹੈ। ਬਿਲਕੁਲ। ਜੇ ਦੇਖੋ ਪਾਣੀ ਦੇ ਵਿੱਚ ਬੁਲਬੁਲਾ ਹੁੰਦਾ ਹੈ, ਆਪਣੀ ਹੋਂਦ ਬਣਾ ਕੇ ਬੈਠਾ ਰਹਿੰਦਾ ਪਾਣੀ ਚ, ਫਿਰ ਵੀ ਆਪਣੀ ਇੱਕ ਹੋਂਦ ਬਣਾਈ ਆ। ਪਰ ਜਦੋਂ ਬੁਲਬੁਲਾ ਟੁੱਟ ਜਾਂਦਾ ਹੈ ਤੇ ਨਿੱਜਾ ਸਾਹਿਬ ਨਾ ਕੁਝ ਆਇਆ ਤੇ ਨਾ ਕੁਝ ਗਿਆ। ਬਿਲਕੁਲ, ਉਹ ਤਾਂ ਸੇਮ ਹੋ ਗਈ ਨਾ। ਪਰ ਜਦ ਤੱਕ ਹੈਗਾ ਤੇ ਨਿੱਜਾ ਸਾਹਿਬ ਦਿਖਦਾ ਹੈ। ਬਿਲਕੁਲ ਦਿਖਦਾ ਹੈ। ਔਰ ਉਹ ਜਿਹੜੀ ਸਾਡੀ ਹਉਮੈ ਹੈ ਤੇ ਕੁਛ ਵੀ ਨਹੀਂ, ਪਰ ਬੁਲਬੁਲੇ ਦਾ ਹਿਸਾਬ ਹੈ, ਉਹ ਬ੍ਰਹਮ ਦੇ ਵਿੱਚ ਸਾਨੂੰ ਬਣਾ ਕੇ ਰੱਖਦੀ ਹੈ। ਠੀਕ ਹੈ ਜੀ, ਅਗਲੇ ਬੰਨੇ ਬੋਲੋ ਨਿੱਜਾ ਸਾਹਿਬ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਕਹਿੰਦੇ ਇਹਦੀ ਦਵਾਈ ਹੈਗੀ ਭਾਈ, ਪਰ ਦਵਾਈ ਜਿਹੜੀ ਮਿਲਣੀ ਹੈ ਤੈਨੂੰ, ਉਹ ਸਤਿਗੁਰੂ ਸਾਧੂ ਤੇ ਸੱਜਣ ਜਿਹੜੇ ਹੈਗੇ, ਬ੍ਰਹਮ ਗਿਆਨੀ ਹੈਗੇ, ਉਹਨਾਂ ਦੇ ਕੋਲ ਦਵਾਈ ਮਿਲਣੀ ਹੈ ਪਿਆਰਿਆ, ਹੋਰ ਕਿਤੇ ਦਵਾਈ ਹੈ ਨਹੀਂ ਗੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉਹ ਕਹਿੰਦੇ ਆ ਕਿ ਫਿਰ ਇਹ ਜਿਹੜੀ ਬਿਮਾਰੀ ਹੈ, ਦਾ ਇਲਾਜ ਕੀ ਹੈ? ਫਿਰ ਉਹ ਕਹਿੰਦੇ ਕਿ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣ। ਮਿਲਣਾ ਪਊਗਾ ਭਾਈ। ਕਿਉਂ ਫਿਰ ਮਿਲਣਾ ਪਊਗਾ? ਕਿਉਂਕਿ ਤੇਰੇ ਅੰਦਰ ਅਜੇ ਜਾਣਕਾਰੀ ਹੈ, ਤੈਨੂੰ ਗਿਆਨ ਨਹੀਂ ਪ੍ਰਾਪਤ ਹੋਇਆ। ਜਾਣਕਾਰੀਆਂ ਪ੍ਰਾਪਤ ਕਰਨੀਆਂ ਬਹੁਤ ਆਸਾਨ ਨੇ। ਉਹ ਤੇ ਕਹਿੰਦੇ ਪੜ ਗੱਡੇ ਲੱਦੀਏ। ਉਹ ਕਹਿੰਦੇ ਪੜ ਤੂੰ ਗੱਡੇ ਲੱਦ ਲੈ, ਪਰ ਤੇਰੇ ਅੰਦਰ ਉਚਾਈ ਨਹੀਂ ਆਉਣੀ। ਉਚਾਈ ਕਿੱਦਾਂ ਆਊਗੀ? ਉਹਦੇ ਲਈ ਕਹਿੰਦੇ ਜਿੱਦਾਂ ਆਪਾਂ ਅੱਗ ਨਹੀਂ ਹੁੰਦੀ, ਅਸੀਂ ਸੇਫਟੀ ਦਾ ਕੋਰਸ ਕਰਨ ਗਏ, ਉਹਦੇ ਚ ਲਿਖਿਆ 3 ਚੀਜ਼ਾਂ ਮਿਲਣਗੀਆਂ ਤੇ ਅੱਗ ਲੱਗ ਜਾਂਦੀ ਹੈ। ਇੱਕ ਹੈ ਮਟੀਰੀਅਲ, ਦੂਜੀ ਹੈ ਹੀਟ, ਤੇ ਤੀਜੀ ਹੈ ਆਕਸੀਜਨ। ਇਹਨਾਂ ਤਿੰਨਾਂ ਚੋਂ ਇੱਕ ਨੂੰ ਬਾਹਰ ਕੱਢ ਦੋ, ਅੱਗ ਬੁਝ ਜਾਂਦੀ। ਤੇ ਜੇਕਰ ਤੁਸੀਂ ਸੰਗਤ ਕਰਦੇ ਜੋ, ਸੰਗਤ ਕੀ ਕਰਦੀ ਹੈ ਕਿ ਤੁਹਾਡੇ ਅੰਦਰ ਜਿਹੜਾ ਦੀਪਕ ਹੈ ਉਹਨੂੰ ਪ੍ਰਕਾਸ਼ਮਾਨ ਕਰਨ ਦੇ ਲਈ ਉਹ ਮਤਲਬ
ਬਾਰ-ਬਾਰ ਲਫ਼ਜ਼ਾਂ ਦੇ ਰਾਹੀਂ એનર્ਜੀ ਸੈਂਡ ਕਰਦੀ ਹੈ। ਦੇਖੋ ਕੋਈ ਵੀ ਚੀਜ਼ ਹੈ, ਤੁਹਾਡੇ ਅੰਦਰ ਸੂਖਮ ਵਿਚਾਰ ਨੇ ਔਰ ਉਹਨਾਂ ਨੂੰ ਵਿਚਾਰਾਂ ਨੂੰ ਮਾਰਨ ਦੇ ਲਈ ਦੂਜੇ ਵਿਚਾਰ ਚਾਹੀਦੇ ਨੇ। ਦੇਖੋ ਹੁਣ ਤੁਹਾਡਾ ਕੋਈ ਭੈਣ ਭਰਾ ਹੋਵੇ, ਤੁਹਾਡੇ ਮਨ 'ਚ ਪਾ ਦਿੱਤਾ ਹੋਵੇ ਕਿ ਉਹ ਯਾਰ ਕਹਿੰਦਾ ਸੀ ਕਿ ਤੂੰ ਬੰਦਾ ਬਹੁਤ ਮਾੜਾ ਹੈ। ਹੁਣ ਤੁਹਾਡੇ ਮਨ 'ਚ ਆ ਗਿਆ ਕਿ ਉਸ ਬੰਦੇ ਨੇ ਮੇਰੀ ਜਿਹੜੀ ਹੈ ਚੁਗਲੀ ਕੀਤੀ ਹੈ ਮੇਰਾ ਰਿਸ਼ਤੇਦਾਰ ਹੈ, ਪਰ ਮੇਰੇ ਲਈ ਉਹਦੇ ਚੰਗੇ ਵਿਚਾਰ ਨਹੀਂ। ਪਰ ਇੱਕ ਬੰਦਾ ਤੁਹਾਨੂੰ ਹੋਰ ਮਿਲਦਾ, ਉਹ ਕਹਿੰਦਾ ਜੀ ਉਹ ਤੁਹਾਡੀ ਤੇ ਤਾਰੀਫ ਬੜੀ ਕਰਦਾ ਸੀ, ਤੇ ਤੁਹਾਡੇ ਜਿਹੜੇ ਪਹਿਲੇ ਵਿਚਾਰ ਆ ਨਵੇਂ ਵਿਚਾਰਾਂ ਨੇ ਕੱਟ ਦੇਣੇ ਆ। ਤੇ ਜੇ ਸਭ ਸਹੀ ਹੈ ਜੀ, ਬਿਲਕੁਲ, ਕਿਉਂਕਿ ਹੁਣ ਉਹ ਤੁਸੀਂ ਇੱਕ ਹੋਰ ਸੋਰਸ ਤੋਂ ਗਿਆਨ ਲੈ ਲਿਆ। ਉਹਨੇ ਕਿਹਾ ਵੀ ਨਹੀਂ ਉਹ ਤਾਂ ਬੰਦਾ ਤੁਹਾਡੀ ਦੀ ਬਹੁਤ ਤਾਰੀਫ ਕਰਦਾ ਸੀ, ਉਹ ਤੁਹਾਡੀ ਦੀ ਇੱਜ਼ਤ ਬੜੀ ਕਰਨ ਦਿਆ, ਉਹ ਕਹਿੰਦਾ ਬੰਦੇ ਬੜੇ ਵਧੀਆ। ਸੋ ਪਹਿਲੀ ਜਿਹੜੀ ਗੱਲ ਸੀ ਤੁਸੀਂ ਉਹਨੂੰ ਕੱਟ ਦੋਗੇ। ਕਿਉਂ ਕੱਟ ਦੋਗੇ? ਕਿਉਂਕਿ ਤੁਹਾਡੇ ਅੰਦਰ ਹੋਰ ਪਾਵਰਫੁਲ ਵਿਚਾਰ ਆ ਗਏ ਨੇ, ਪੋਜ਼ਿਟਿਵ ਵਿਚਾਰ ਆ ਗਏ ਨੇ। ਇਸ ਕਰਕੇ ਸੰਗਤ ਕਰਨੀ ਬੜੀ ਜ਼ਰੂਰੀ ਆ। ਕਿਉਂਕਿ ਦੇਖੋ ਜੇ ਕਿਤਾਬਾਂ ਪੜ੍ਹਿਆ ਗੱਲ ਬਣ ਜਾਂਦੀ ਹੁੰਦੀ ਤੇ ਸਾਰੀ ਦੁਨੀਆ ਬ੍ਰਹਮ ਗਿਆਨੀ ਬਣ ਜਾਣੀ। ਬਿਲਕੁਲ, ਆਪ ਦੇਖੋ ਕਿੰਨੇ ਟੀਕੇ ਪਏ ਆ ਉੱਥੇ, ਗਿਆਨ ਦੀ ਕਮੀ ਨਹੀਂ ਆ। ਉਹਨਾਂ ਕੋਲ ਇੰਨਾ ਸ਼ਬਦਾਂ ਦਾ ਗਿਆਨ ਹੈ, ਪਰ ਉਹ ਸ਼ਬਦਾਂ ਦੇ ਗਿਆਨ 'ਚ ਤੇ ਆਤਮਾ ਦਾ ਗਿਆਨ ਤੇ ਹੈ ਨਹੀਂ। ਕਿਉਂਕਿ ਤੁਸੀਂ ਤੇ ਮਾਮੂਲੀ ਜੇ ਦੁੱਧ ਬਾਰੇ ਨਹੀਂ ਦੱਸ ਸਕਦੇ, ਧੁੱਪ ਬਾਰੇ ਨਹੀਂ ਦੱਸ ਸਕਦੇ ਕਿ ਧੁੱਪ ਕੀ ਹੈ, ਤੇ ਫਿਰ ਇਹ ਆਤਮਾ ਤੱਤ ਦੇ ਬਾਰੇ ਤੇ ਅਨੁਭਵ ਦਾ ਵਿਸ਼ਾ ਹੈ। ਤੇ ਜੇ ਕੋਈ ਅੱਖਰਾਂ ਦਾ ਵਿਚਾਰਾ ਮਾਹਰ ਹੈਗਾ ਹੈ, ਤੇ ਉਹ ਅੱਖਰਾਂ ਦੇ ਨਾਲ ਉਹ ਆਤਮਾ ਦੇ ਬਾਰੇ ਕੋਈ ਦੱਸ ਨਹੀਂ ਸਕਦਾ। ਉਹ ਸਵਾਦ ਨਹੀਂ ਦੱਸ ਸਕੇਗਾ, ਪ੍ਰੈਕਟੀਕਲ ਕਰਨ ਦੇ ਨਾਲ ਹੀ ਸਵਾਦ ਮਿਲਣਾ ਹੈ। ਹਾਂ, ਉਹ ਤੁਹਾਨੂੰ ਜਾਣਕਾਰੀ ਜ਼ਰੂਰ ਦੇ ਦੇਗਾ, ਤੁਹਾਨੂੰ ਇਹ ਦੱਸੇਗਾ ਕਿੰਨੇ ਅੰਗ ਤੇ ਕੀ ਲਿਖਿਆ ਹੈ, ਕਿਹੜੇ ਸ਼ਬਦ 'ਚ ਕੀ ਲਿਖਿਆ ਹੈ, ਗੁਰੂ ਕੀ ਕਹਿ ਕੇ ਗਏ ਨੇ। ਅੱਖਰਾਂ ਦੇ ਬਾਰੇ ਸਾਰਾ ਗਿਆਨ ਦੇਵੇਗਾ, ਪਰ ਉਸ ਜਾਣਕਾਰੀ ਨੂੰ ਪੜ੍ਹਨ ਦੇ ਨਾਲ, ਸੁਣਨ ਦੇ ਨਾਲ ਤੁਹਾਡੇ ਅੰਦਰ ਗਿਆਨ ਪੈਦਾ ਨਹੀਂ ਹੋਏਗਾ। ਬਾਣੀ ਕਹਿੰਦੀ ਨਾ ਦੀਜੀਏ ਬੁੱਧ ਵਿਵੇਕਾਂ। ਕਿਉਂ? ਉਹ ਜਾਣਕਾਰੀ ਨਹੀਂ ਮੰਗ ਰਹੇ, ਉਹ ਮੰਗ ਰਹੇ ਨੇ ਵਿਵੇਕ ਬੁੱਧੀ। ਵਿਵੇਕ ਬੁੱਧੀ ਦਾ ਕੰਮ ਕੀ ਹੈ? ਸਹੀ ਤੇ ਗਲਤ ਦਾ ਤੁਹਾਨੂੰ ਪਤਾ ਵਾ। ਵਿਵੇਕ ਬੁੱਧੀ ਦਾ ਮਤਲਬ ਕਿ ਗਲਤ ਦਾ ਤਿਆਗ ਕਰ ਦੇਵੇ ਤੇ ਸਹੀ ਦਾ ਸਾਥ ਕਰ ਲਵੇ। ਉਹਨੂੰ ਵਿਵੇਕ ਬੁੱਧੀ ਕਿਹਾ ਗਿਆ, ਉਹਨੂੰ ਗਿਆਨ ਕਿਹਾ ਗਿਆ। ਨਿਜ ਸਾਹਿਬ ਉਹ ਬਾਣੀ ਤੇ ਕਹਿੰਦੀ ਆ ਹਾਥ ਦੀਪਕ ਕੂਏ ਪੈਰ ਧਰੇ। ਤੈਨੂੰ ਪਤਾ ਹੈ ਗਲਤ ਆ, ਜਾਣਤ ਅਵਗਣ ਕਰੇ। ਦੇਖੋ ਮਨ ਜਾਣਤ ਸਭ ਬਾਤ, ਮਨ ਜਾਣਤ ਸਭ ਬਾਤ, ਜਾਣਤ ਹੀ ਅਵਗਣ करे, हाथ दीप कुएं पर है काहे की कुशलात। मन जानदा सब बात। हाँ जी ਵੀਰ। ਹਾਂ, ਮਨ ਜਾਣਦਾ ਹੈ, ਇਹਦਾ ਮਤਲਬ ਜਾਣਦਾ ਹੈ ਤੇ ਫਿਰ ਵੀ ਕਹਿੰਦੇ ਔਗਣ ਕਰਦਾ ਹੈ। ਤੇ ਪਰ ਗਿਆਨ ਜਿਹੜਾ ਹੈ, ਵਿਵੇਕ ਹੈ, ਉਹ ਤੁਹਾਨੂੰ ਉਦੋਂ ਮਿਲੇਗਾ ਜਦੋਂ ਤੁਸੀਂ ਚੰਗੇ ਲੋਕਾਂ ਦੀ ਸੰਗਤ ਕਰੋ। ਔਰ ਫਿਰ ਉੱਥੇ ਕੀ ਹੁੰਦਾ ਹੈ? ਉੱਥੇ ਪਰਮਾਤਮਾ ਵੱਲੋਂ એનર્ਜੀ ਆ ਜਾਂਦੀ ਹੈ। ਉਹ ਬੰਦੇ ਤੇ ਨਹੀਂ ਬੋਲਦੇ, ਉਹਨਾਂ ਦੇ ਰਾਹੀਂ ਪ੍ਰਕਿਰਤੀ ਦੇ ਵਿੱਚ ਜੋ ਚੰਗਿਆਈ ਉਹ ਪ੍ਰਗਟ ਹੁੰਦੀ ਹੈ। ਔਰ ਫਿਰ ਕੀ ਹੁੰਦਾ ਹੈ? ਉਸ ਨਿਰਮਲ ਧਾਰਾ ਦੇ ਵਿੱਚ ਜਿਹੜਾ ਹੈ ਉਹ ਗਿਆਨ ਸਾਡੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਔਰ ਗਿਆਨ ਕੀ ਕਰਦਾ ਹੈ? ਜਿਹੜੀ ਜਿੱਦਾਂ ਸਰਫ ਆਪਾਂ ਕੱਪੜੇ ਨਾਲ ਲਾਈਏ ਤੇ ਕੀ ਹੁੰਦਾ ਹੈ? ਤੇ ਉਹ ਮੈਲ ਕੱਢ ਦਿੰਦਾ ਹੈ ਕੱਪੜੇ ਚੋਂ। ਕੇਵਲ ਉਹਦੇ ਸੰਪਰਕ ਚ ਆਉਣ ਦੇ ਨਾਲ, ਥੋੜਾ ਜਿਹਾ ਮਲਣ ਦੇ ਨਾਲ ਉਹ ਗੰਦਗੀ ਕੱਪੜੇ ਚੋਂ ਬਾਹਰ ਆ ਜਾਂਦੀ ਹੈ। ਇਸੇ ਹੀ ਤਰ੍ਹਾਂ ਜਦੋਂ ਆਪਾਂ ਸੰਗਤ ਵਿੱਚ ਬਹਿੰਦੇ ਹਾਂ, ਵਧੀਆ ਸੰਗਤ ਤੇ ਹੋਵੇ, ਉਹਦਾ ਅਸਰ ਹੁੰਦਾ ਹੈ। ਹੁਣ ਵੇਖੋ ਨਕਲੀ ਸਰਫ ਲੈ ਆਓ, ਉਹਨੇ ਕਾਟ ਨਹੀਂ ਕਰਨੀ, ਉਹਨੇ ਮੈਲ ਨਹੀਂ ਕੱਢਣੀ। ਹਾਂ, ਚੰਗੀ ਸੰਗਤ ਹੈਗੀ ਹੈ, ਚੰਗਾ ਸਰਫ ਹੈਗਾ, ਤੁਸੀਂ ਪਾਓ ਤੇ ਵੇਖੋ ਤੁਹਾਡੇ ਉਹ ਜਿਹੜੇ ਕੱਪੜੇ ਦੀ ਮਲੀਨਤਾ ਨੂੰ ਦੂਰ ਕਰ ਦੇਗਾ ਬੜੀ ਸਫਾਈ ਦੇ ਨਾਲ। ਸੋ ਇੱਥੇ ਗਿਆਨ ਜਿਹੜਾ ਹੈ, ਗਿਆਨ ਬੜਾ ਉੱਚੀ ਚੀਜ਼ ਹੈ। ਗਿਆਨ ਦਾ ਮਤਲਬ ਜਦੋਂ ਤੁਹਾਡੇ ਅੰਦਰ ਚੇਤਨਾ ਦਾ ਗਿਆਨ ਪ੍ਰਗਟ ਹੋ ਗਿਆ ਨਾ, ਕਿ ਸੰਗਤ ਵਿੱਚ ਆਪਾਂ ਵਾਰ-ਵਾਰ ਜਾਂਦੇ ਹਾਂ, ਫਿਰ ਉਹ ਕੀ ਕਰਦੇ ਕਿ ਸਾਡੇ ਅੰਦਰ ਜਿਹੜਾ ਬੁੱਝ ਚੁੱਕਿਆ ਦੀਪਕ ਹੈ ਨਾ ਚੇਤਨਾ ਦਾ, ਉਹਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਕਈ ਲੋਕ ਕੀ ਕਰਦੇ ਆ, ਉੱਥੇ ਸ਼ਰਧਾ ਨਹੀਂ ਹੁੰਦੀ, ਉਹ ਕੀ ਕਰਦੇ ਆ, ਅਸ਼ਰਧਾ ਹੁੰਦੀ ਹੈ। ਇਸ ਕਰਕੇ ਉਹਨਾਂ ਦਾ ਦੀਪਕ ਨਿੱਜੇ ਸਾਹਿਬ ਨਹੀਂ ਜਲੇਗਾ। ਹੁਣ ਦੀਪਕ ਦੇ ਵਿੱਚ ਤੁਸੀਂ ਪਾਣੀ ਪਾਇਆ ਹੋਵੇ, ਅਸ਼ਰਧਾ ਹੀ ਨਹੀਂ, ਅਸ਼ਰਧਾ ਹੈਗੀ ਆ, ਉੱਥੇ ਸ਼ਰਧਾ ਹੈ ਨਹੀਂ, ਤੇ ਭਾਵੇਂ ਜਿੰਨੀ ਮਰਜ਼ੀ ਆਪਾਂ ਅੱਗ ਲਾਈਏ, ਭਾਵੇਂ ਡੱਬੀਆਂ ਦੇ ਨਾਲ ਕੋਸ਼ਿਸ਼ ਕਰੀਏ, ਉਹ ਦੀਪਕ ਜਲੇਗਾ ਨਹੀਂ। ਉਸ ਲਈ ਤੁਹਾਨੂੰ ਸ਼ਰਧਾ ਦਾ ਤੇਲ ਪਾਉਣਾ ਪੈਣਾ, ਵਿੱਚ ਰੂਹ ਪਾਉਣਾ ਪੈਣਾ, ਫਿਰ ਉਹਦੇ ਵਿੱਚ ਦੀਪਕ ਜਗੇਗਾ। ਜਗੇਗਾ ਮਤਲਬ ਤੁਹਾਡੇ ਅੰਦਰ ਚੇਤਨਾ ਦਾ ਦੀਪਕ ਉਦੋਂ ਹੀ ਪ੍ਰਗਟ ਹੋਏਗਾ ਜਦੋਂ ਤੁਸੀਂ ਸੁਣਨ ਵਾਲਿਆਂ ਦੇ ਵਿੱਚ ਸ਼ਰਧਾ ਰੱਖਦੇ ਜੋ ਕਿ ਇੱਥੋਂ ਸਾਨੂੰ ਗਿਆਨ ਮਿਲ ਸਕਦਾ ਹੈ, ਤੇ ਇਹਦੇ ਨਾਲ ਹੀ ਜੀਵਨ ਚ ਉਚਾਈ ਆ ਜਾਏਗੀ। ਫਿਰ ਦੇਖੋ ਹੋਰ ਤੇ ਕੁਛ ਵੀ ਨਹੀਂ ਗੱਲਬਾਤ। ਹਾਂਜੀ ਨਿੱਜਾ ਸਾਹਿਬ ਅੱਗੇ ਚੱਲੀਏ। ਔਰ ਗੱਲ ਜਿਹੜੀ ਹੈਗੀ, ਦੇਖੋ ਬ੍ਰਹਮ ਗਿਆਨ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ, ਕਿਉਂਕਿ ਜਿਹੜੇ ਹੈਗੇ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਤਾਂ ਆਪਾਂ ਨੂੰ ਜਿਹੜੇ ਹੈਗੇ ਬ੍ਰਹਮ ਗਿਆਨ ਦੇ ਗਏ ਆ। ਬ੍ਰਹਮ ਗਿਆਨ ਜਿਹੜਾ ਹੈਗਾ, ਔਰ ਬ੍ਰਹਮ ਗਿਆਨ ਜਿਹੜਾ ਹੈਗਾ, ਇਹ ਬ੍ਰਹਮ ਗਿਆਨ ਉਹਦਾ ਹੀ ਜਿਹੜਾ ਹੈਗਾ ਆਪਣੇ ਉੱਤੇ ਕਾਟ ਕਰੂਗਾ ਕਿ ਜਿਹੜਾ ਬ੍ਰਹਮ ਜਿਹੜਾ ਇਸ ਦੇ ਅਨੁਸਾਰ ਚੱਲਦਾ ਹੈਗਾ, ਜਿਹੜਾ ਚੱਲਦਾ ਹੈ, ਜਿਹਦਾ ਦੀਪਕ ਜਗ ਗਿਆ ਹੈ, ਉਹਦਾ ਉਹ ਕਾਟ ਕਰ ਸਕਦਾ ਹੈ। ਹਾਂਜੀ ਵੀਰ ਜੀ।
ਹਾਂਜੀ ਬਿਲਕੁਲ ਠੀਕ ਹੈ ਜੀ। ਜਿੱਦਾਂ ਦੇਖੋ ਹੁਣ ਪੜ੍ਹਨ ਦੇ ਨਾਲ ਕੀ ਹੁੰਦਾ ਕਿ ਪੜ੍ਹਨ ਦੇ ਨਾਲ ਨਾ ਤੁਹਾਡੇ ਅੰਦਰ ਨਾ ਸਫਾਈ ਨਹੀਂ ਹੋਣੀ। ਤੁਸੀਂ ਗ੍ਰੰਥ ਪੜ੍ਹੋਗੇ ਨਾ, ਪੜ੍ਹ ਕੇ ਦੇਖ ਲਿਓ। ਹਾਂ, ਉਸੇ ਵੇਲੇ ਮਨ ਦ੍ਰਵਿਤ ਹੋ ਜਾਏਗਾ ਗੁਰਕੀ ਸਾਹਿਬ, ਮਨ ਪੂਰਾ ਦ੍ਰਵਿਤ ਹੋ ਜਾਏਗਾ। ਐਵੇਂ ਲੱਗੂਗਾ ਜਿਵੇਂ ਆਪਾਂ ਬ੍ਰਹਮ ਗਿਆਨੀ ਨੂੰ ਵੀ ਟੱਪ ਗਏ ਆ। ਪਰ ਜਿਹੜਾ ਹੈਗਾ ਬਾਅਦ ਵਿੱਚ ਫਿਰ ਉਹ ਜਿਹਾ ਹੋ ਜਾਂਦਾ ਹੈ, ਜਦ ਤੱਕ ਆਪਾਂ ਪ੍ਰੈਕਟੀਕਲ ਨਹੀਂ ਕਰਦੇ। ਤੁਸੀਂ ਪ੍ਰੈਕਟੀਕਲ ਜਾਓਗੇ ਤੇ ਤੁਸੀਂ ਭੱਜ ਜਾਓਗੇ। ਉੱਥੇ ਕਹੋਗੇ ਕਿ ਫਿਰ ਤੁਸੀਂ ਮਨ ਨੇ ਕਹਿਣਾ ਕਿ ਉਹ ਆਪਾਂ ਏਦਾਂ ਕਰਾਂਗੇ, ਏਦਾਂ ਕਰੀਏ, ਏਦਾਂ ਕਰ ਲੈਂਦੇ ਆ। ਤੇ ਉਹ ਬੁੱਧੀ ਨੇ ਥੋੜਾ ਬਹੁਤਾ ਰੌਲਾ ਪਾਉਣਾ ਹੈ ਕਿ ਉਹ ਜਿਹੜਾ ਪੜ੍ਹਿਆ ਸੀ ਉਹ ਕਹਿੰਦੇ ਬਾਅਦ ਚ ਅੱਗੇ ਵੇਖਾਂਗੇ, ਹੁਣ ਕੱਲ ਕਿਤੇ ਫਿਰ ਕਿਤੇ ਟਰਾਈ ਕਰਾਂਗੇ, ਹੁਣ ਨਹੀਂ। ਕਿਉਂਕਿ ਹੁਣ ਤੇ ਉੱਥੇ ਲੋਭ ਪੈਦਾ ਹੋ ਗਿਆ, ਕੁਛ ਮਿਲ ਰਿਹਾ ਬਸ। ਤੇ ਇਸ ਕਰਕੇ ਜਿਹੜੀ ਜਾਣਕਾਰੀ ਹੁੰਦੀ ਹੈ ਨਾ, ਜਾਣਕਾਰੀ ਤੁਹਾਡੇ ਜੀਵਨ ਨੂੰ ਬਦਲ ਨਹੀਂ ਸਕਦੀ। ਗਿਆਨ ਨੇ ਬਦਲਣਾ ਤੁਹਾਡੇ ਜੀਵਨ ਨੂੰ, ਕਿਉਂਕਿ ਗਿਆਨ ਜਦੋਂ ਗੁੱਟ ਫੜ ਲੈਂਦਾ ਨਾ ਫਿਰ ਤੁਹਾਨੂੰ ਔਗਣ ਨਹੀਂ ਕਰਨ ਦਿੰਦਾ। ਹਾਂ, ਉਹ ਗਿਆਨ ਅੰਦਰ ਪ੍ਰਗਟ ਹੋਣਾ ਹੈ ਆਪਣੇ। ਹਾਂ, ਉਹ ਕਿਉਂਕਿ ਆਤਮਾ ਦਾ ਗਿਆਨ ਆ। ਫਿਰ ਤੋਂ ਕਹਿੰਦਾ ਭਾਵੇਂ ਧੌਣ ਵੜ ਦੋ, ਮੈਂ ਨਹੀਂ ਪਿੱਛੇ ਹੋਣਾ। ਆਈ ਵਿਲ ਨਾਟ ਸਟੈਪ ਬੈਕ। ਬਹੁਤ ਜਿਹੜਾ ਨਾ ਟੌਪਿਕ ਜਿਹੜਾ ਨਾ ਬਿਲਕੁਲ ਬਰੀਕ ਹੈਗਾ, ਪਰ ਇਹ ਬਹੁਤ ਜ਼ਰੂਰੀ ਹੈਗਾ। ਹਾਂ, ਬਹੁਤ ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਹੈ। ਔਰ ਇਹਦੇ ਨਾਲ ਹੀ ਸਾਡੇ ਜੀਵਨ ਚ ਉਚਾਈ ਆਉਣੀ ਹੈ। ਠੀਕ ਹੈ ਜੀ। ਅਗਲੀ ਤੋਂ ਕੋਲ ਨਿਜਰ ਸਾਹਿਬ। ਹਾਂਜੀ, ਅੱਗੇ ਮਹਲਾ ਚੌਥਾ। ਹੁਣ ਜਿਨ੍ਹਾਂ ਨੇ ਜਿਹੜਾ ਹੈਗਾ ਜਿਨ੍ਹਾਂ ਨੇ ਪ੍ਰੈਕਟੀਕਲ ਨਾਲ ਸ਼ੁਰੂ ਕਰਤਾ, ਦੇਖੋ ਮਨ ਦੇ ਨਾਲ ਵੀ ਔਰ ਤਨ ਦੇ ਨਾਲ ਵੀ ਦੋਨੋਂ ਦੇਖੇ ਹੋਏ ਆ। ਮਨ ਤਨ ਰੱਤਾ ਰੰਗ ਸਿਉ, ਰੰਗ ਦੇ ਨਾਲ, ਐਵੇਂ ਨਹੀਂ ਬਈ ਮਨ ਦੇ ਵਿੱਚ ਹੋਰ ਕੁਛ ਆ, ਤਨ ਦੇ ਵਿੱਚ ਹੋਰ ਕੁਛ ਆ, ਤੇ ਉੱਪਰੇ ਮਨ ਨਾਲ ਲੱਗ ਗਿਆ ਇਸ ਪਾਸੇ ਨੂੰ ਭਾਈ, ਅੰਦਰ ਕੁਛ ਚੱਲ ਰਿਹਾ, ਅੰਦਰ ਕੋਈ ਇੰਟਰਸਟ ਹੋਰ ਕਿਤੇ ਹੈਗਾ। ਇੱਥੇ ਕਹਿ ਰਹੇ ਮਨ ਤਨ ਰੱਤਾ ਰੰਗ ਸਿਉ, ਗੁਰਮੁਖ ਹੈ ਹਰ ਗੁਣ ਤਾਸ। ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ ਜੋ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਆ, ਕਿਹਦੇ ਨਾਲ ਰੱਤਾ? ਹਰ ਗੁਣ ਤਾਸ, ਗੁਣਾਂ ਦਾ ਖਜ਼ਾਨਾ ਉਹ ਮਾਲਕ ਪਰਮਾਤਮਾ, ਉਹਦੇ ਨਾਲ ਰੱਤਿਆ ਜਿਨ੍ਹਾਂ ਦਾ ਮਨ। ਜਨ ਨਾਨਕ ਹਰ ਸਰਨਾਗਤੀ, ਹਰ ਮੇਲੇ ਗੁਰ ਸਾਬਾਸ। ਕਹਿੰਦੇ ਵਾਹ ਬਈ ਵਾਹ, ਐਸੇ ਬ੍ਰਹਮ ਗਿਆਨੀ, ਐਸੇ ਗੁਰੂ ਕਹਿੰਦੇ ਜਿਨ੍ਹਾਂ ਨੇ ਮੈਨੂੰ ਮਾਲਕ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਉਸ ਮਾਲਕ ਦੀ ਸ਼ਰਨ ਦੇ ਵਿੱਚ ਮੈਨੂੰ ਲੈ ਗਏ, ਜਿਹੜਾ ਦਿਸਦਾ ਨਹੀਂ, ਜਿਹਦਾ ਰੂਪ ਰੇਖ ਰੰਗ ਨਹੀਂ ਹੈਗਾ, ਉਸ ਗੁਣ ਤਾਸ ਦੇ ਨਾਲ। ਕਹਿੰਦੇ ਉਹਨਾਂ ਨੂੰ ਤਾਂ ਸ਼ਾਬਾਸ਼ੀ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਉੱਥੇ ਕਹਿ ਰਹੇ ਨੇ, ਕਹਿੰਦੇ ਮਨ ਤਨ ਰੱਤਾ ਰੰਗ ਸਿਉ, ਗੁਰਮੁਖ ਹਰ ਗੁਣ ਤਾਸ। ਤੇ ਮਨ ਨੂੰ ਕੀ ਹੋਇਆ? ਕਹਿੰਦੇ ਰੱਤਾ ਰੰਗ ਸਿਉ, ਮਨ ਤੇ ਤਨ ਦੋਨੋਂ ਰੰਗੇ ਗਏ। ਕਿਹਦੇ ਨਾਲ? ਰੰਗ ਦੇ ਨਾਲ। ਤੇ ਰੰਗ ਤੇ ਇਹੋ ਹੀ ਹੈ, ਭਗਤੀ ਦਾ ਰੰਗ ਜਦੋਂ ਚੜ੍ਹਦਾ ਫਿਰ ਤੁਹਾਡੇ ਮਨ ਤੇ, ਤੁਹਾਡੇ ਸਰੀਰ ਤੇ ਉਹਦਾ ਭੂਤ ਸਵਾਰ ਹੋ ਜਾਂਦਾ ਹੈ। ਪ੍ਰੇਮ ਦਾ ਰੰਗ, ਪ੍ਰੇਮ। ਹਾਂ, ਕਿਉਂਕਿ ਉਹ ਅੰਦਰ ਜਿਹੜੀ ਚੇਤਨਾ ਹੈ ਪ੍ਰਗਟ ਹੋ ਗਈ ਆ, ਔਰ ਉਹ ਤੁਹਾਨੂੰ ਉਧਰ ਖਿੱਚ ਕੇ ਲੈ ਕੇ ਜਾ ਰਹੀ ਹੈ। ਕਿ ਜਦ ਤੱਕ ਤੁਹਾਡੇ ਅੰਦਰ ਕੋਈ ਚੇਤਨਾ ਨਹੀਂ ਨਾ ਪ੍ਰਗਟ ਹੋਊਗੀ ਤਾਂ ਉਹ ਨਕਲੀ ਪਿਆਰ ਹੈ। ਹੁਣ ਮੇਰੇ ਕੋਲ ਤੁਸੀਂ ਆ ਗਏ, ਜੋ ਮੈਂ ਤੁਹਾਨੂੰ ਚਾਹ ਪਿਆ ਰਿਹਾ ਵਾਂ, ਤੁਹਾਨੂੰ ਮੈਂ ਦੁੱਧ ਪਿਆ ਰਿਹਾ, ਤੁਹਾਨੂੰ ਮੈਂ ਬਿਸਕੁਟ ਵੀ ਖਵਾ ਰਿਹਾ, ਪਰ ਜੇਕਰ ਮੈਂ ਅੰਦਰੋਂ ਤਿਆਰ ਹੀ ਨਹੀਂ ਹੈ ਤੇ ਨਿੱਜਰ ਸਾਹਿਬ ਉਹ ਸਹੀ ਥੋੜੀ ਹੈ ਨਾ, ਉਹ ਰੱਤਿਆ ਥੋੜੀ ਹੈ। ਤੇ ਜਦੋਂ ਮੇਰਾ ਮਨ ਰੱਤਿਆ ਗਿਆ, ਭਾਵੇਂ ਮੈਂ ਤੁਹਾਨੂੰ ਪਾਣੀ ਪਿਆਵਾਂ, ਉਹ ਵੀ ਮੇਰਾ ਪਾਵਰਫੁਲ ਹੈ। ਬਿਲਕੁਲ ਮੈਂ ਅੰਦਰੋਂ ਦਿਲੋਂ ਪਿਆ ਰਿਹਾ ਨਾ। ਤੇ ਇਹ ਜਦ ਤੱਕ ਇਹ ਅਹਿਸਾਸ ਤੁਹਾਡੇ ਅੰਦਰੋਂ ਨਹੀਂ ਨਾ ਆਉਂਦਾ, ਅੰਦਰੋਂ ਰੱਤਿਆ ਨਹੀਂ ਨਾ ਜਾਂਦਾ, ਉਹਨਾਂ ਚਿਰ ਤੱਕ ਗੱਲ ਨਹੀਂ ਬਣੇਗੀ। ਹਾਂਜੀ ਨਿੱਜਰ ਸਾਹਿਬ। ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈਗਾ। ਔਰ ਦੇਖੋ ਨਾਲੇ ਜਿਹਦੀ ਭਗਤੀ ਕਰ ਰਹੇ ਆਪਾਂ, ਉਹਦੀ ਸ਼ਰਨ ਦੇ ਵਿੱਚ ਜਾਣਾ ਜਿਹੜਾ ਹੈਗਾ, ਉਹਦੀ ਸ਼ਰਨ 'ਚ ਲੈ ਕੇ ਜਾ ਰਹੇ ਆ ਬ੍ਰਹਮ ਗਿਆਨੀ ਜਿਹੜੇ ਹੈਗੇ ਆ। ਕਹਿੰਦੇ ਉਹਨਾਂ ਨੂੰ ਤਾਂ ਸ਼ਾਬਾਸ਼ੀ ਹੈ ਭਾਈ, ਉਹਨਾਂ ਦੇ ਔਰ ਮਿਲਾ ਦਿੰਦੇ ਆ, ਔਰ ਤੁਰ ਤੱਕ ਜਾਂਦੇ ਆ, ਮਾਲਕ ਤੱਕ ਮਿਲਾ ਕੇ, ਤਾਂ ਪਿੱਛੇ ਹੁੰਦੇ ਆ ਉਹ। ਹਾਂਜੀ ਵੀਰ ਜੀ। ਹਾਂ ਨਿੱਜਰ ਸਾਹਿਬ, ਉਹ ਇੱਕ ਕਹਾਵਤ ਹੈ ਨਾ, ਕਹਿੰਦੇ ਨਾ ਕਿ ਜੇਕਰ ਤੁਸੀਂ ਕਿਸੇ ਚੀਜ਼ ਦੀ ਵੈਲਿਊ ਕਰਨੀ ਹੋਵੇ ਨਾ। ਹਾਂਜੀ ਹਾਂਜੀ। ਉਹ ਤੁਹਾਨੂੰ ਕਹਾਣੀ ਸੁਣਾਈ ਸੀ ਨਾ, ਉਹ ਸੰਤ ਕੋਲ ਗਿਆ ਸੀ ਉਹ ਬੰਦਾ, ਕਹਿੰਦਾ ਸੀ ਮੈਨੂੰ ਸੁੱਖ ਦੇ ਦਿਓ, ਮੇਰਾ ਮਨ ਸ਼ਾਂਤ ਕਰ ਦਿਓ। ਉਹ ਸਾਰਾ ਖਜ਼ਾਨਾ ਉਹਨੂੰ ਦੇ ਦਿੱਤਾ ਤੇ ਕਹਿੰਦਾ ਕਿ ਮੇਰਾ ਮਨ ਸ਼ਾਂਤ ਕਰ ਦਿਓ। ਉਹ ਸੰਤ ਖਜ਼ਾਨਾ ਲੈ ਕੇ ਭੱਜ ਗਿਆ ਉਹਦਾ। ਸ਼ਾਮ ਦਾ ਟਾਈਮ ਸੀ, ਉਹ ਮਗਰ ਪਿੰਡ ਚ, ਉਹਨੂੰ ਸੰਤ ਦੇ ਪਤਾ ਸੀ ਰਾਹ ਦੇ ਕਿਹੜੇ ਰਾਹ ਜਾਣਾ। ਤੇ ਉਹ ਬੰਦਾ ਲੱਭਦਾ ਗਿਆ, ਉਹ ਲੱਭਿਆ ਨਹੀਂ, ਹਾਰ ਕੇ ਥੱਕ ਹਾਰ ਕੇ ਵਾਪਸ ਆ ਕੇ ਵੇਖਿਆ ਤੇ ਉਸੇ ਜਗ੍ਹਾ ਚ ਉਹਦੀ ਥੈਲੀ ਮਿਲੀ ਉਹਨੂੰ, ਉਸੇ ਗਹਿਣਿਆਂ ਦੀ, ਜੋ ਜਵਾਹਰਾਤ, ਜੋ ਵੀ ਹੀਰੇ ਸਨ, ਚੀਜ਼ ਉਹਦੇ ਕੋਲ ਹੈ ਸੀ। ਹੁਣ ਪ੍ਰਾਪਤ ਕਰਕੇ ਉਹਨੂੰ ਬੜੀ ਸ਼ਾਂਤੀ ਮਿਲੀ
ਇਸੇ ਤਰ੍ਹਾਂ ਜਿੱਦਾਂ ਆਪਣਾ ਜੀਵਨ ਹੈ, ਤੁਹਾਡੇ ਜੀਵਨ 'ਚ ਵੇਖੋ ਕਈ ਚੀਜ਼ਾਂ ਹੈਗੀਆਂ ਪਰ ਤੁਹਾਨੂੰ ਕਦਰ ਨਹੀਂ ਹੁੰਦੀ ਉਹਦੀ। ਤੰਦਰੁਸਤੀ, ਹੁਣ ਤੰਦਰੁਸਤੀ ਤੁਹਾਨੂੰ ਪਤਾ ਹੀ ਨਹੀਂ ਕੀ ਹੈ। ਇਹ ਜਦੋਂ ਉਦੋਂ ਪਤਾ ਲੱਗੂਗੀ ਜਦੋਂ ਤੁਹਾਡੇ ਸਰੀਰ ਨੂੰ ਰੋਗ ਲੱਗਿਆ, ਫਿਰ ਤੁਸੀਂ ਕਹੋਗੇ ਉਰੇ ਆਹ ਕੀ ਹੋਏ, ਐਡੀ ਵਧੀਆ ਚੀਜ਼ ਮੇਰੇ ਕੋਲ ਸੀ, ਮੈਂ ਕਿਤੇ ਪ੍ਰਮਾਤਮਾ ਦਾ ਸ਼ੁਕਰ ਨਹੀਂ ਕੀਤਾ, ਹੁਣ ਮਾੜਾ ਜਿਹਾ ਨੁਕਸ ਪਿਆ, ਕਿੱਦਾਂ ਚੀਕਾਂ ਨਿਕਲੀਆਂ। ਨਿੱਜਰ ਸਾਹਿਬ ਸਹੀ ਹੈ ਜੀ? ਬਿਲਕੁਲ। ਇਸੇ ਹੀ ਤਰ੍ਹਾਂ ਆਤਮਾ ਤੱਤ ਸਾਡੇ ਕੋਲ ਹੈਗਾ ਹੈ ਪਰ ਸਾਨੂੰ ਕਦਰ ਨਹੀਂ ਹੈ। ਪਰ ਜਦੋਂ ਅਸੀਂ ਇਹ ਸੰਸਾਰ ਤੋਂ ਗੇਮ ਹਾਰ ਕੇ ਜਾਂਦੇ ਹਾਂ ਨਾ, ਤੇ ਬੜਾ ਬੰਦਾ ਪਛਤਾਉਂਦਾ ਹੈ, ਓਏ ਮੈਂ ਕੀ ਕੀਤਾ, ਓਏ ਆਹ ਕੀ ਕਰ ਲਿਆ। ਫਿਲਮ ਤੇ ਘੁੰਮਦੀ ਆ ਨਾ, ਤੁਸੀਂ ਵੇਖੋ ਨਾ, ਕੋਈ ਬਾਜ਼ਾਰ ਗਿਆ, ਤੁਸੀਂ 5-6 ਕਿਲੋ ਗੰਢੇ ਲੈ ਲਏ ਤੇ ਮੁੜ ਕੇ ਪਤਾ ਲੱਗਾ ਜੀ 10 ਰੁਪਏ ਮਹਿੰਗੇ ਹੋ ਗਏ ਤੇ ਕਿੱਡੀ ਖੁਸ਼ੀ ਮਿਲਦੀ ਹੈ ਜੀ, ਆਪਾਂ ਵਧੀਆ ਡੀਲ ਕਰ ਲਈ, ਆਪਾਂ ਸਸਤੇ ਲੈ ਲਿਆ, 50 ਰੁਪਏ ਬਚ ਗਏ। ਤੇ ਜੇ ਤੁਸੀਂ ਕੋਈ ਚੀਜ਼ ਖਰੀਦ ਲਓ, ਉਹ ਮੁੜ ਕੇ ਸਸਤੀ ਹੋ ਜੇ ਤੇ ਕਿੰਨਾ ਦੁੱਖ ਲੱਗਦਾ ਨਿੱਜਰ ਸਾਹਿਬ। ਬਿਲਕੁਲ। ਸੋ ਕਈ ਵਾਰੀ ਜ਼ਿੰਦਗੀ ਜਿਹੜੇ ਫੈਸਲੇ ਸਾਡੇ ਕੀਤੇ ਉਹ ਸਾਡੀ ਜ਼ਿੰਦਗੀ ਸੁੱਖ ਲਿਆਉਂਦੇ ਆ। ਤੇ ਜਿਹੜਾ ਬੰਦਾ ਫੈਸਲਾ ਕਰਦਾ ਹੈ ਕਿ ਮੈਂ ਭਗਤੀ ਕਰਨੀ ਨਹੀਂ ਹੈ, ਏਦਾਂ ਹੀ ਜੀਵਨ ਇੱਕ ਜਾਨਵਰ ਲੈਵਲ ਤੇ ਜੀਵਨ ਬਤੀਤ ਕਰਨਾ ਹੈ, ਆਪਣਾ ਸੁੱਖ ਵੇਖਣਾ ਹੈ, ਜੋ ਵੀ ਪੈਸਾ ਇਕੱਠਾ ਕਰਨਾ ਹੈ ਕੇਵਲ ਆਪਣੇ ਲਈ ਕਰਨਾ ਹੈ, ਵੇਖਣਾ ਨਹੀਂ ਹੈ ਕਿ ਧਰਮ ਕੀ ਕਹਿੰਦਾ ਹੈ, ਅਗਲੇ ਕੋ ਪੈਸੇ ਹੈ ਜਾਂ ਨਹੀਂ ਹੈ, ਕੇਵਲ ਆਪਣਾ ਹੀ ਝੋਲਾ ਦੇਖਣਾ ਹੈ, ਆਪਣਾ ਹੀ ਬੋਝਾ ਦੇਖਣਾ ਹੈ। ਤੇ ਉਹ ਤੇ ਇੱਕ ਜਾਨਵਰ ਲੈਵਲ ਦਾ ਜੀਵਨ ਹੈ, ਕੁੱਚਾ ਜੀਵਨ ਥੋੜੀ ਹੋ। ਉਹਦਾ ਕੋਈ ਤੁਹਾਨੂੰ ਫਾਇਦਾ ਥੋੜੀ। ਉਹ ਤੇ ਤੁਸੀਂ ਐਸੇ ਰੁੱਖ ਜੋ ਤੁਹਾਡੀ ਛਾਂ ਹੀ ਨਹੀਂ ਹੈਗੀ। ਮੈਂ ਤੇ ਇਹ ਕਹਿ ਸਕਦਾ, ਪਾਣੀ ਤੇ ਕਹਿਣ ਦੀ ਘਾਲ ਕਰੇ ਕੁਛ ਹੱਥੋਂ ਦੇ, ਨਾਨਕ ਸੱਚ ਨਾਨਕ ਰਾਹ ਪਛਾਣੇ ਸੇ। ਹਾਂ, ਉਹ ਰਾਹ ਪਛਾਣਦਾ ਹੈ, ਕਿਹੜਾ ਘਾਲਣਾ ਕਰਦਾ ਹੈ ਤੇ ਕੁਝ ਹੱਥੋਂ ਦਿੰਦਾ ਹੈ। ਮਤਲਬ ਕਿ ਆਪਣੇ ਕਮਾਏ ਚੋਂ ਦੇਵੇ ਤੇ ਉਹ ਰਾਹ ਪਛਾਣੂਗਾ। ਤੇ ਜਿਹੜਾ ਦੂਜੇ ਦਾ ਖੋਲੇ ਨਿੱਜਰ ਸਭ ਉਹ ਤਾਂ ਵੈਸੇ ਨਹੀਂ ਨਾ ਪਛਾਣਿਆ, ਉਹ ਤਾਂ ਫਸਿਆ ਪਿਆ ਹੈ। ਉਹ ਕਹਿੰਦੇ ਆ, ਇਹ ਨਹੀਂ ਕਹਿੰਦੇ ਕਿ ਤੂੰ ਕਮਾ ਕੇ ਕੇਵਲ ਆਪਣਾ ਜੀਵਨ ਬਤੀਤ ਕਰ, ਕਹਿੰਦੇ ਆਪਣੇ ਚੋਂ ਵੀ ਦੇ ਦੇ। ਤੇ ਜਿਹੜਾ ਆਪ ਨਹੀਂ ਕਮਾਉਂਦਾ, ਦੂਜੇ ਦਾ ਚੁੱਕ ਲਿਆਉਂਦਾ, ਤੇ ਉਹ ਕਿੱਥੇ ਬੈਠਾ, ਉਹ ਬੜਾ ਵਧੀਆ ਬੰਦਾ ਹੈ। ਬਾਣੀ ਕਹਿੰਦੀ ਉਹ ਨਹੀਂ ਵਧੀਆ ਬੰਦਾ ਹੈਗਾ, ਉਹ ਤੇ ਗਲਤ ਜਗ੍ਹਾ 'ਚ ਬੈਠਾ। ਉਹਦੀ ਸੰਗਤ ਤੁਸੀਂ ਕਰੋਗੇ, ਉਹਦੇ ਔਗਣ ਤੁਹਾਡੇ 'ਚ ਵੀ ਆ ਜਾਣਗੇ। ਸੰਗਤ ਨੇ ਰੰਗਤ ਲੈ ਕੇ ਆਣੀ ਜੇ। ਚੰਗੇ ਲੋਕਾਂ ਦੀ ਸੰਗਤ ਕਰੋਗੇ, ਚੰਗਿਆਈ ਤੁਹਾਡੇ ਅੰਦਰ ਆਵੇਗੀ। ਗੰਦੇ ਲੋਕਾਂ ਦੇ ਲਾਗੇ ਬਹੋਗੇ ਨਾ, ਬਾਣੀ 'ਚ ਮਨਾ ਕੀਤਾ ਹੈ ਕਿ ਮਨਮੁਖ ਨੂੰ ਵੇਖ ਕੇ ਦੂਰੋਂ ਭੱਜ ਜੀ, ਕਿਉਂਕਿ ਕੋਇਲਾ ਹੈਗਾ ਈ, ਉਹ ਜੇ ਗਰਮ ਹੈ ਤੇ ਹੱਥ ਸਾੜਦਾ, ਠੰਡਾ ਤੇ ਉਹਦੀ ਕਾਲਖ ਤੈਨੂੰ ਲੱਗ ਜਾਣੀ ਹੈ। ਉਹਨੇ ਤੇਰੇ ਅੰਦਰ ਕੁਛ ਨਾ ਕੁਛ ਸੁੱਟ ਜਾਣਾ ਹੈ ਮਾੜੀ ਚੀਜ਼। ਤੇ ਤੁਹਾਨੂੰ ਪਤਾ ਤੁਹਾਡੇ ਮਨ 'ਚ ਕੋਈ ਗਲਤ ਚੀਜ਼ ਪਾ ਦੇ ਤੇ ਉਹਨੂੰ ਸਾਫ਼ ਕਰਨਾ ਕਿੰਨਾ ਔਖਾ ਹੈ। ਕੋਈ ਤਰੀਕਾ ਹੀ ਨਹੀਂ ਉਹਨੂੰ ਬਾਹਰ ਕੱਢਣ ਦਾ। ਫਿਰ ਤੁਹਾਡਾ ਮਨ ਹੈ ਉਹ ਜਿੱਦਾਂ ਸਿੱਪੀ ਦੇ ਵਿੱਚ ਰੇਤਾ ਦਾ ਕਣ ਜਾਂਦਾ ਹੈ ਤੇ ਕਿੱਦਾਂ ਸਿੱਪੀ ਫਿਰ ਉੱਥੇ ਮੋਤੀ ਦਾ ਰਚਨਾ ਕਰਦੀ ਹੈ। ਉਸੇ ਹੀ ਤਰ੍ਹਾਂ ਜਦੋਂ ਕੋਈ ਨੈਗੇਟਿਵ ਚੀਜ਼ ਸਾਡੇ ਚਿੱਤ 'ਚ ਸੁੱਟ ਜਾਂਦਾ ਕੰਨਾਂ ਦੇ ਰਾਹੀਂ, ਤੇ ਫਿਰ ਉੱਥੇ ਘੁੰਮਦੀ ਹੈ, ਔਰ ਉਹ ਘੁੰਮਦੀ ਉਹ ਆਪਣਾ ਰੂਪ ਲੈਂਦੀ ਹੈ। ਅੱਜ ਨਹੀਂ ਤੇ ਕੱਲ ਨੂੰ ਉਹਨੇ ਬੀਜ ਨੇ ਪ੍ਰਗਟ ਹੋਣਾ, ਕਿਉਂਕਿ ਤੁਸੀਂ ਤਿਆਰ ਨਹੀਂ ਨਾ ਹੈਗੇ ਅਜੇ। ਅਜੇ ਤੁਹਾਡੇ ਅੰਦਰ ਸ਼ੀਲਡ ਨਹੀਂ, ਸੇਫਟੀ ਨਹੀਂ ਹੈਗੀ, ਚੇਤਨਾ ਪ੍ਰਗਟ ਨਹੀਂ ਹੋਈ। ਬੇਹੋਸ਼ ਦੇ ਵਿੱਚ ਜਿਹੜਾ ਬੰਦਾ ਜੀਵਨ ਬਤੀਤ ਕਰ ਰਿਹਾ, ਉਹ ਤੇ ਫਿਰ ਬੜੀ ਮੁਸ਼ਕਿਲ ਹੋ ਜਾਏਗੀ। ਉਹਦੀ ਜ਼ਿੰਦਗੀ ਏਦਾਂ ਦੀ ਹੈ ਕਿ ਉਹਨੇ ਜਿਹਦੀ ਸੰਗਤ ਕਰਨੀ ਆ, ਉਸੇ ਬੰਦੇ ਦਾ ਜੇ ਉਹਦਾ ਮਾਲ ਮੱਤਾ ਜਿਹੜਾ ਹੈਗਾ ਤੁਹਾਡੇ 'ਚ ਆ ਜਾਣਾ, ਕਿਉਂਕਿ ਹੋਸ਼ ਨਹੀਂ ਹੈਗੀ ਅਜੇ ਅੰਦਰ, ਵਿਵੇਕ ਬੁੱਧੀ ਨਹੀਂ ਹੈ। ਉਹ ਪਰਖ ਨਹੀਂ ਕਰ ਸਕਦਾ ਸਹੀ ਕੀ ਹੈ ਗਲਤ ਕੀ ਆ। ਉਹਨੇ ਤੇ ਕੇਵਲ ਭੋਗ ਵੇਖਣਾ ਕਿ ਆਹ ਭੋਗ ਕਿੱਡਾ ਵਧੀਆ ਹੈ, ਆਹ ਮੈਨੂੰ ਫਲਾਨਾ ਬੰਦਾ ਦੱਸ ਕੇ ਗਿਆ, ਫਲਾਨੀ ਜਗ੍ਹਾ ਤੇ ਆਹ ਚੀਜ਼ ਮਿਲਦੀ ਆ, ਕਿਉਂ ਨਾ ਮੈਂ ਲੈ ਕੇ ਲਿਆਵਾਂ ਤੇ ਖਾਵਾਂ ਤੇ ਉਹਨੂੰ ਭੋਗਾਂ। ਪਰ ਵਿਵੇਕ ਜਦੋਂ ਆ ਜਾਂਦਾ ਹੈ ਤੇ ਫਿਰ ਉਹ ਵਿਵੇਕ ਵੇਖਦਾ ਹੈ ਕਿ ਮਨ ਤੇ ਇੱਛਾ ਕਰ ਲਈ ਇੱਕ ਫਲਾਨੀ ਜਗ੍ਹਾ ਤੇ ਜਾਣਾ ਹੈ, ਪਰ ਇਹ ਮਨ ਦੀ ਇੱਛਾ ਸਹੀ ਹੈ ਜਾਂ ਕਿਤੇ ਗਲਤ ਤੇ ਨਹੀਂ ਹੈ। ਬਿਲਕੁਲ। ਪਰ ਇਹ ਜਿਹੜਾ ਡਿਸੀਜਨ ਹੈ ਤੁਹਾਡੀ ਵਿਵੇਕ ਬੁੱਧੀ ਨੇ ਦੇਣਾ, ਔਰ ਵਿਵੇਕ ਨੇ ਕਹਿਣਾ ਕਿ ਉਚਾਈ ਵੱਲ ਜਾਣਾ, ਤੇ ਜਿਹੜਾ ਅਗਿਆਨ ਆ, ਅਵਿਦਿਆ ਹੈ, ਉਹਨੇ ਕਹਿਣਾ ਆਪਾਂ ਥੱਲੇ ਜਾਣਾ, ਜ਼ੋਰ ਨਹੀਂ ਲਾਉਣਾ, ਬਿਲਕੁਲ ਆਸਾਨ ਰਸਤਾ ਚਾਹੀਦਾ, ਕੋਈ ਮਿਹਨਤ ਨਹੀਂ ਕਰਨ ਦੀ ਲੋੜ। ਤੇ ਬਾਣੀ ਕਹਿੰਦੀ ਹੈ ਕਿ ਇੱਥੇ ਘਾਲਣੀ ਹੈ, ਇੱਥੇ ਈਜ਼ੀ ਰਸਤਾ ਨਹੀਂ ਲੱਭਣਾ। ਤੇਰੀ ਜ਼ਿੰਦਗੀ ਦੇ ਵਿੱਚ ਸਟਰਗਲ ਜ਼ਰੂਰੀ ਹੈ। ਸਟਰਗਲ ਦਾ ਮਤਲਬ ਕਿ ਤੂੰ ਆਪਣੀ ਮਿਹਨਤ ਦੇ ਨਾਲ ਜੀਵਨ ਬਤੀਤ ਕਰਨਾ ਹੈ, ਤੇ ਮਿਹਨਤ ਤੇ ਜ਼ੋਰ ਲੱਗਦਾ ਹੀ ਲੱਗਦਾ, ਬੇਈਮਾਨੀ 'ਚ ਕੋਈ ਜ਼ੋਰ ਨਹੀਂ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਸਹੀ ਹੈ ਜੀ, ਬਿਲਕੁਲ ਠੀਕ ਹੈ। ਅੱਗੇ ਪੌੜੀ ਆ ਗਈ, ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀਏ। ਕਹਿੰਦੇ ਦੇਖੋ, ਜਿਹੜਾ ਮਾਲਕ ਪਰਮਾਤਮਾ ਦੀ ਆਪਾਂ ਨੇ ਭਗਤੀ ਕੀਰਨ ਕਰਨੀ ਆ, ਉਹ ਸਾਰਾ ਸੰਸਾਰ ਬਣਾ ਕੇ, ਸਾਰਾ ਆਕਾਰ ਬਣਾ ਕੇ ਇਹਦੇ ਵਿੱਚ ਹੁੰਦਾ ਹੋਇਆ ਵੀ ਆਪ ਗੁਪਤ ਹੈਗਾ, ਅਗੰਮ ਹੈਗਾ। ਕਹਿੰਦੇ ਕਮੀਆਂ ਨਹੀਂ ਜਾਂਦਾ, ਉਹ ਇੰਦਰੀਆਂ ਤੋਂ, ਮਨ ਬੁੱਧੀ ਸੁਰਤ ਇਹਦੀ ਪਕੜ ਤੋਂ ਪਰੇ ਹੈਗਾ ਮਾਲਕ ਪਰਮਾਤਮਾ। ਕਹਿੰਦੇ ਇਹਨੂੰ ਤੂੰ ਛੱਡ, ਇਹਦੇ ਨਾਲ ਜਿਹੜਾ ਹੈਗਾ ਇਹਨੂੰ ਤੂੰ ਸ਼ਾਂਤ ਕਰਾ ਦੇ। ਸਾਰਾ ਜਿਹੜਾ ਤੇਰੇ ਅੰਦਰ ਜੋ ਚੈਟਰਿੰਗ ਹੋ ਰਹੀ ਹੈ ਇਹਨੂੰ ਤੂੰ ਬੰਦ ਕਰ।
ਤੂੰ ਕਰਤਾ ਪੁਰਖ ਅਗਮ ਹੈ, ਕਿਸ ਨਾਲ ਤੂੰ ਵੜੀਏ। ਕਹਿੰਦੇ ਤੇਰਾ ਮੁਕਾਬਲਾ ਮਾਲਕਾ ਮੈਂ ਕਿਹਦੇ ਨਾਲ ਤੇਰੀ ਤੁਲਨਾ ਕਰਾਂ। ਤੁਧ ਜੇਵੜ ਹੋਏ ਸੋ ਆਖੀਏ, ਤੁਧ ਜਿਹਾ ਤੂੰ ਹੈ ਪੜੀਏ। ਕਹਿੰਦੇ ਮੈਂ ਤਾਂ ਜਿੰਨਾ ਗਿਆਨ ਪੜ੍ਹਿਆ, ਜੋ ਵੀ ਸੁਣਿਆ, ਜੋ ਵੀ ਬ੍ਰਹਮ ਗਿਆਨ, ਜਿੰਨਾ ਕੋਲੋਂ ਵੀ ਗਿਆਨ ਲਿਆ ਆ, ਉਹ ਕਹਿੰਦੇ ਵੀ ਮਾਲਕ ਪਰਮਾਤਮਾ ਵਰਗਾ ਉਹੀ ਹੈਗਾ। ਤੁਧ ਜਿਹਾ ਤੂੰ ਹੈ, ਤੂੰ ਹੀ ਹੈਗਾ ਆ ਤੇਰੇ ਵਰਗਾ। ਤੁਧ ਜੇਵੜ ਹੋਏ ਸੋ ਆਖੀਏ, ਤੁਧ ਜਿਹਾ ਤੂੰ ਹੈ ਪੜੀਏ। ਮੈਂ ਤਾਂ ਸਾਰਾ ਕੁਛ, ਮੈਨੂੰ ਤਾਂ ਆਈ ਪਿਆਈ, ਤੇਰੇ ਬਰੋਬਰ ਦਾ ਤਾਂ ਕੋਈ ਹੈ ਹੀ ਨਹੀਂ ਤੇਰੇ ਵਰਗਾ। ਤੂੰ ਘੱਟ ਘੱਟ ਇੱਕ ਵਰਤਦਾ ਗੁਰਮੁਖੇ ਪ੍ਰਗੜੀਏ, ਔਰ ਤੂੰ ਹਰੇਕ ਦੇ ਅੰਦਰ ਹੈਗਾ ਹੈ। ਤੂੰ ਇੱਕ ਹੁੰਦੇ ਹੋਏ ਵੀ ਅਨੇਕਤਾ ਦੇ ਵਿੱਚ ਹਰੇਕ ਦੇ ਅੰਦਰ ਹੈਗਾ ਹੈ। ਔਰ ਤੂੰ ਜਿਹੜਾ ਹੈਗਾ ਮਿਲਣਾ ਹੈਗਾ, ਤੇ ਤੂੰ ਜਿਹੜਾ ਹੈਗਾ ਗੁਰਮੁਖ ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ ਤੂੰ ਜਿਹੜਾ ਹੈਗਾ ਪ੍ਰੈਕਟੀਕਲ ਕਰਨ ਦੇ ਨਾਲ ਤੂੰ ਪ੍ਰਗਟ ਹੋ ਜਾਏਗਾ। ਜਿਹੜਾ ਗੁਰੂ ਦੇ ਅਨੁਸਾਰ ਚੱਲੇਗਾ, ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ, ਜਿਹੜਾ ਐਕਸ਼ਨ ਕਰੇਗਾ, ਜਿਹੜਾ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਕਿਰਿਆ ਕਰੇਗਾ, ਉਹਦੇ ਅੰਦਰ ਤੂੰ ਪ੍ਰਗਟ ਹੋ ਜਾਣਾ ਹੈ। ਤੂੰ ਗੁਪਤ ਹੁੰਦੇ ਹੋਏ ਵੀ ਪ੍ਰਗਟ ਹੋ ਜਾਣਾ ਹੈ। ਇਸ ਤਰੀਕੇ ਦੇ ਨਾਲ ਤੂੰ ਸੱਚਾ ਸਬਸ ਦਾ ਖਸਮ ਹੈ, ਸਬਦੂ ਤੂੰ ਝੜੀਏ। ਕਹਿੰਦੇ ਤੂੰ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ, ਔਰ ਸਾਰਿਆਂ ਦਾ ਹੀ ਖਸਮ ਹੈਗਾ। ਤੂੰ ਮੇਰਾ ਨਹੀਂ, ਸਾਰਿਆਂ ਦਾ ਹੀ ਖਸਮ ਹੈਗਾ, ਔਰ ਸਭ ਤੋਂ ਚੜ੍ਹ ਕੇ ਹੈਗਾ, ਤੂੰ ਸਭ ਤੋਂ ਉੱਪਰ ਹੈਗਾ। ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀ ਹੈ। ਤੂੰ ਕਰਨਾ ਹੈ ਮਾਲਕਾ, ਮੈਨੂੰ ਤੂੰ ਉਚਾਈ ਬਖਸ਼ਣੀ ਹੈ, ਤੂੰ ਕਰਨਾ ਹੈ। ਤੇ ਇਸ ਵਾਸਤੇ ਬਸ ਜਦ ਮੈਂ ਤੇਰੇ ਨਾਲ, ਤੇਰੇ ਅੱਗੇ ਮੇਰੀ ਅਰਦਾਸ ਹੈਗੀ, ਮੈਂ ਤੇਰੇ ਅੱਗੇ ਮਾਲਕਾ ਤੇਰੇ ਚਰਨਾਂ 'ਚ ਡਿੱਗ ਪਿਆ, ਮੈਨੂੰ ਫਿਰ ਮੈਨੂੰ ਕੜਨ ਦੀ ਕੀ ਲੋੜ ਆ, ਮੈਨੂੰ ਚਿੰਤਾ ਕਰਨ ਦੀ ਕੀ ਲੋੜ ਹੈ। ਤੇਰੇ ਤੋਂ ਉੱਪਰ ਤਾਂ ਕੋਈ ਹੈ ਨਹੀਂ, ਤੇਰੇ ਨਾਲ ਮੈਂ ਤੇਰੇ ਅੱਗੇ ਫਰਿਆਦ ਕਰ ਰਿਹਾ ਹਾਂ, ਤੇ ਮੈਨੂੰ ਕਾਹਦੀ ਕੜਨ ਦੀ ਲੋੜ ਆ ਫਿਰ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸੰਗਤ ਜੀ। ਦੇਖੋ ਫਿਰ ਉਹ ਸਮਝਾ ਰਹੇ ਨੇ, ਤੂੰ ਕਰਤਾ ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀਏ। ਤੇਰੀ ਤੁਲਨਾ ਕਰਨ ਦੇ ਲਈ ਦੂਜਾ ਵੀ ਧੋਣਾ ਚਾਹੀਦਾ ਨਾ। ਬਿਲਕੁਲ, ਤੇ ਇਕੱਲਾ ਹੀ ਹੈ। ਔਰ ਇਸ ਕਰਕੇ ਹੁਣ ਜਿੱਦਾਂ ਮੇਰੇ ਵਰਗਾ ਇਨਸਾਨ ਹੋਵੇ, ਤੁਸੀਂ ਮੈਨੂੰ ਕਹੋ ਕਿ ਯਾਰ ਕੇਚੀ ਦੀ ਤੁਲਨਾ ਕਰ, ਤੇ ਮੈਂ ਕਹੂੰਗਾ ਜੀ ਤੁਲਨਾ ਮੈਂ ਕਿੱਦਾਂ ਕਰਾਂ, ਮੈਨੂੰ ਦੋ ਚੀਜ਼ਾਂ ਲਿਆਓ, ਫਿਰ ਦੋਨਾਂ ਦੇ ਗੁਣ ਮੈਂ ਮਿਲਾ ਕੇ ਵੇਖੂੰਗਾ ਕਿਹੜਾ ਵੱਡਾ ਹੈ, ਛੋਟਾ ਹੈ, ਮੋਟਾ ਹੈ, ਪਤਲਾ ਹੈ, ਕਾਲਾ ਹੈ, ਗੋਰਾ ਹੈ। ਉਹਦੇ ਬੇਸ ਤੇ ਮੈਂ ਆਇਡੈਂਟੀਫਾਈ ਕਰੂੰਗਾ ਕਿ ਇਹ ਵਧੀਆ ਹੈ ਜਾਂ ਘਟੀਆ। ਸਹੀ ਨਾ ਜਰ ਸਾਹਿਬ? ਬਿਲਕੁਲ। ਪਰ ਜਦੋਂ ਹੈ ਹੀ ਇੱਕ ਆ, ਉਹਨੂੰ ਕਿੱਦਾਂ ਆਇਡੈਂਟੀਫਾਈ ਕਰੋਗੇ? ਪਰਮਾਤਮਾ ਇਕੱਲਾ ਹੀ ਹੈ, ਉਹਦੇ ਵਰਗਾ ਤਾਂ ਕੋਈ ਵੀ ਨਹੀਂ ਗਾ। ਫਿਰ ਕਹਿੰਦੇ ਆ ਕਿ ਮਤਲਬ ਤੇਰੀ ਤੁਲਨਾ ਕਿਹਦੇ ਨਾਲ ਕਰੀਏ, ਪਰ ਤੂੰ ਅਗੰਮ ਹੈਗਾ। ਤੇ ਇਹ ਅਗੰਮ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਬਹੁਤ ਪਾਵਰਫੁਲ ਸ਼ਕਤੀ ਹੈ। ਜਿੱਥੇ ਤੇਰੀ ਮਤਲਬ ਉਚਾਈ ਹੈ ਨਾ, ਉੱਥੇ ਜਾ ਵੀ ਨਹੀਂ ਸਕਦੇ ਤੇ ਸੋਚ ਵੀ ਨਹੀਂ ਸਕਦੇ। ਸਾਡੀ ਸੋਚ ਦੀ ਲਿਮਿਟ ਹੈ, ਅਸੀਂ ਬਹੁਤੇ ਪਾਵਰਫੁਲ ਨਹੀਂ ਹੈ। ਕਈ ਵਾਰੀ ਨਾ ਸਾਡੇ ਕੋਲੋਂ ਜਿਹੜੇ ਕੰਮ ਹੋ ਜਾਂਦੇ ਨਾ, ਉਹ ਕੁਦਰਤੀ ਰਜਾਮੰਦੀ ਹੁੰਦੀ ਹੈ, ਔਰ ਅਸੀਂ ਸੋਚਦੇ ਹਾਂ ਕਿ ਮੈਂ ਕੀਤਾ। ਇਹ ਗੱਲ ਸੱਚ ਹੈ, ਕਿਉਂਕਿ ਉਹ ਝੋਲੀ 'ਚ ਜਦੋਂ ਸਾਡੇ ਕੋਈ ਵਸਤੂ ਪਾਉਂਦਾ ਹੈ ਨਾ, ਤੇ ਉਹੀ ਸਾਨੂੰ ਮਿਲਦੀ ਹੈ। ਜੇਕਰ ਅਮੀਰ ਹੋ ਜਾਣਾ, ਵੱਡੇ ਹੋ ਜਾਣਾ, ਹਰ ਇੱਕ ਦੇ ਵੱਸ ਦੀ ਗੱਲ ਹੋਵੇ ਨਾ, ਤੇ ਸਾਰੀ ਦੁਨੀਆ ਅਮੀਰ ਹੋ ਜਾਣੀ ਸੀ। ਬਿਲਕੁਲ, ਅੰਨੇ ਦੇ ਹੱਥ ਬਟੇਰ ਆ ਜਾਂਦਾ ਹੈ। ਉਹ ਫਿਰ ਕਹਿੰਦਾ ਕਿ ਇਨਸਾਨ ਏਦਾਂ ਹੀ ਕਰਦਾ ਕਿ ਮੈਂ ਕੀਤਾ। ਅਸਲ 'ਚ ਨਾ ਉਹ ਕੋਈ એનર્ਜੀ ਹੈ, ਉਹ એનર્ਜੀ ਉਹਨੂੰ ਹੈਲਪ ਕਰ ਰਹੀ ਆ, ਔਰ ਉਹ ਇੱਕ ਸੋਰਸ ਬਣ ਗਿਆ। ਉਹ ਕਹਿੰਦੇ ਲੱਲੂ ਕਰੇ ਕਬੱਲੀਆਂ ਤੇ ਰੱਬ ਸਿੱਧੀਆਂ ਪਾਵੇ। ਉਹ ਕਈ ਵਾਰੀ ਲੱਲੂ ਦੀਆਂ ਕਬੱਲੀਆਂ ਵੀ ਸੈੱਟ ਹੋ ਜਾਂਦੀਆਂ ਵਾ, ਪਰ ਬੰਦੇ ਬੜੇ ਤੁਸੀਂ ਚਲਾਕ ਵੇਖੇ ਹੋਣਗੇ, ਉਹਨਾਂ ਲਈ ਇੰਨਾ ਔਖਾ ਹੁੰਦਾ ਕਿ 2 ਟਾਈਮ ਦੀ ਰੋਟੀ ਵੀ ਨਹੀਂ ਉਹਨਾਂ ਕੋਲ ਜਮਾ ਹੁੰਦੀ। ਇਹਦਾ ਮਤਲਬ ਭਾਵੇਂ ਸਭ ਕੁਛ ਹੈਗਾ ਹੈ, ਪਰ ਤੇਰੇ ਕੋਲ ਲੱਕ ਨਹੀਂ ਹੈਗਾ, ਤਾਂ ਕੋਈ ਵੀ ਸੋਨਾ ਵੀ ਫੜੇਗਾ ਮਿੱਟੀ ਹੋ ਜਾਏਗਾ। ਔਰ ਕਈ ਲੋਕ ਉਹੀ ਹੁੰਦੇ ਨੇ, ਉਹ ਮਿੱਟੀ ਫੜਦੇ ਸੋਨਾ ਹੋ ਜਾਂਦਾ ਹੈ। ਤੁਸੀਂ ਵੇਖੋ ਕਈ ਵਾਰੀ ਤੁਸੀਂ ਕਈ ਏਦਾਂ ਦੇ ਫੈਸਲੇ ਲਏ ਨੇ, ਉਹਨਾਂ ਨੇ ਸੋਨੇ ਵਾਂਗੂ ਕੰਮ ਕੀਤਾ, ਔਰ ਤੁਸੀਂ ਜ਼ਿੰਦਗੀ 'ਚ ਕਈ ਐਸੇ ਫੈਸਲੇ ਕੀਤੇ ਨੇ, ਉਹ ਸੋਨਾ ਸੀ ਤੇ ਮਿੱਟੀ ਹੋ ਗਈ, ਖਤਮ ਹੋ ਗਿਆ। ਚਲਾਕੀ ਤੇ ਕੋਈ ਚੱਲੀ ਨਹੀਂ। ਸੋ ਇੱਥੇ ਇਹ ਕਹਿ ਲਈਏ ਕਿ ਕਈ ਚੀਜ਼ਾਂ ਜਿਹੜੀਆਂ ਨਾ, ਕਈ ਨਹੀਂ ਬਹੁਤ ਜਿਹੜੀਆਂ ਚੀਜ਼ਾਂ ਨਾ, ਉਹ ਵਿਧਾਤਾ ਸਾਡੇ ਝੋਲੀ 'ਚ ਪਾ ਦਿੰਦਾ, ਪਰ ਬੰਦਾ ਜਦੋਂ ਹਉਮੈ 'ਚ ਆ ਜਾਂਦਾ ਫਿਰ ਕਹਿੰਦਾ ਮੈਂ ਕੀਤਾ। ਉਹ ਪ੍ਰਮਾਤਮਾ ਨੂੰ ਨਹੀਂ ਮੰਨਦਾ ਕਿ ਉਹਨੇ ਮੇਰੀ ਝੋਲੀ 'ਚ ਪਾਇਆ, ਕਿਉਂਕਿ ਮੇਰੀ ਹੈਸੀਅਤ ਨਹੀਂ ਹੈਗੀ ਉਸ ਲੈਵਲ ਦੀ। ਇਹ ਦੇ ਦਿੱਤਾ ਮੈਨੂੰ ਉਹਨੇ, ਪਰ ਬੰਦਾ ਏਦਾਂ ਨਹੀਂ ਕਹਿੰਦਾ। ਬੰਦਾ ਕਹਿੰਦਾ ਮੈਂ ਕੀਤਾ, ਮੇਰੀ ਬੁੱਧੀ, ਮੈਂ ਬਹੁਤ ਮਿਹਨਤ ਕੀਤੀ ਹੈ, ਮੈਂ ਬਹੁਤ ਚਲਾਕੀਆਂ ਚੱਲੀਆਂ ਨੇ, ਮੈਂ ਬਹੁਤ ਪੜ੍ਹਾਈ ਕੀਤੀ ਹੈ, ਫਿਰ ਇਹ ਚੀਜ਼ ਮੈਨੂੰ ਮਿਲੀ ਹੈ। ਪਰ ਉਹ ਇਹ ਨਹੀਂ ਸੋਚਦਾ ਤੂੰ ਜੋ ਵੀ ਕੀਤਾ ਹੈ, ਇਹ ਤੇ
ਤੈਨੂੰ ਕਿਸ ਨੇ ਪ੍ਰੇਰਨਾ ਤੇ ਦਿੱਤੀ ਹੈ ਨਾ, ਕਿਉਂਕਿ ਉਹ ਤੇਰੇ ਅੰਦਰ ਪ੍ਰੇਰਨਾ ਹੈਗੀ ਹੈ ਤੇ ਤਾਂ ਹੀ ਆ। ਹੁਣ ਤੁਸੀਂ ਜਿਹੜੀ ਸੰਗਤ ਕਰ ਰਹੇ ਜੋ 85 ਸਰੀਰ ਬੈਠੇ ਜੋ, ਤੇ ਇਹ ਜੇ ਸੋਚੀਏ ਕਿ ਮੈਂ ਆਇਆ ਜਾਂ ਤੁਸੀਂ ਆਏ ਆ ਤੇ ਫਿਰ ਤੇ ਹੋਵੇਂ ਆ। ਤੇ ਜੇ ਸੋਚੀਏ ਕਿ ਸਾਨੂੰ ਉਹਨੇ ਸਿਲੈਕਟ ਕੀਤਾ ਹੈ ਔਰ ਸਾਡੇ ਲਈ ਹਰ ਦਿਨ ਉਹ ਕਥਾ ਕਰ ਰਿਹਾ ਹੈ, ਉਹ ਸਾਡੇ ਅੰਦਰ ਚੰਗਾ ਗਿਆਨ ਪਾ ਰਿਹਾ, ਤੇ ਉਹ ਤੇ ਫਿਰ ਉਹਦੀ ਰਹਿਮਤ ਦੇ ਫਿਰ ਕੀ ਹੁੰਦਾ ਕਿ ਰਹਿਮਤ ਦੀ ਪਾਵਰ ਵੱਧ ਜਾਂਦੀ ਹੈ। ਕਿਉਂਕਿ ਤੇ ਹੋਮੇ ਨਹੀਂ ਨਾ, ਆਪਾਂ ਨਹੀਂ ਨਾ ਕਰ ਰਹੇ, ਆਪਾਂ ਤਾਂ ਕਹਿੰਦੇ ਕਿ ਸਾਡੇ ਤੇ ਮਿਹਰਬਾਨ ਹੈ। ਹੁਣ ਕਹਿੰਦੇ ਮਾਨੋ ਤੇ ਗੰਗਾ ਮਾਤਾ, ਮਾਨੋ ਤੇ ਬਹਿਤਾ ਪਾਣੀ। ਜੇ ਤੁਸੀਂ ਮੰਨੋਗੇ ਤੇ ਕਹੋਗੇ ਕਿ ਗੰਗਾ ਮਾਤਾ ਹੈ, ਇਹ ਪਵਿੱਤਰ ਨਦੀ ਹੈਗੀ ਹੈ, ਤੇ ਉਹਦਾ ਜਿਹੜਾ ਉਹ ਪਾਣੀ ਦੀ ਜਿਹੜੀ ਪਾਵਰ ਵੱਧ ਜਾਂਦੀ ਹੈ। ਤੇ ਜੇ ਤੁਸੀਂ ਕਹੋਗੇ ਪਾਣੀ ਹੈ ਤੇ ਗੱਲ ਖਤਮ ਹੋ ਗਈ। ਤੇ ਉਹ ਸਾਡੇ ਮੰਨਣ ਤੇ ਆ, ਆਪਾਂ ਕਿਸ ਚੀਜ਼ ਨੂੰ ਕਿਸ ਲੈਵਲ ਤੇ ਸਵੀਕਾਰ ਕਰਦੇ ਹਾਂ। ਔਰ ਜਦੋਂ ਅਸੀਂ ਸੰਗਤ ਨੂੰ ਪ੍ਰਮਾਤਮਾ ਦੀ ਰਹਿਮਤ ਸਮਝ ਕੇ ਸਵੀਕਾਰ ਕਰਦੇ ਹਾਂ ਤੇ ਫਿਰ ਸੰਗਤ ਕੀ ਕਰਦੀ ਹੈ, ਉਹਦਾ ਅਸਰ ਵੱਧ ਜਾਂਦਾ, ਪਾਵਰਫੁਲ ਹੋ ਜਾਂਦਾ, ਕਿਉਂਕਿ ਤੁਸੀਂ ਪ੍ਰਮਾਤਮਾ ਨੂੰ ਨਾਲ ਜੋੜ ਦਿੱਤਾ ਹੈ। ਤੁਸੀਂ ਸੰਗਤ ਚੋਂ ਪ੍ਰਮਾਤਮਾ ਨੂੰ ਬਾਹਰ ਕੱਢ ਦੋ ਤਾਂ ਗੱਲ ਖਤਮ ਹੋ ਗਈ, ਤੇ ਮਿੱਟੀ ਤੇ ਕੁਝ ਵੀ ਨਹੀਂ ਹੈਗਾ। ਔਰ ਬਾਣੀ ਕਹਿ ਰਹੀ ਹੈ ਗੋਰਖੀ ਸਾਹਿਬ ਵਿੱਚ, ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ। ਸੰਗਤ ਦੇ ਵਿੱਚ ਪਰਮਾਤਮਾ ਵਰਤਦਾ ਹੈ ਭਾਈ। ਹਾਂਜੀ ਵੀਰ ਜੀ। ਨਿੱਜਰ ਸਾਹਿਬ, ਸੱਚ ਦੀ ਕਥਾ ਤੇ ਸੱਚ ਨਹੀਂ ਕਰਨੀ ਆ। ਦੂਜਾ ਬੰਦਾ ਤੇ ਕਰ ਹੀ ਨਹੀਂ ਸਕਦਾ। ਮੈਂ ਤੁਸੀਂ ਕਿੱਥੋਂ ਕਰ ਲੋਗੇ ਦੱਸੋ ਮੈਨੂੰ? ਆਪਾਂ ਕਿੰਨੇ ਕੁ ਸੱਚੇ? ਆਪਾਂ ਕਰ ਸਕਦੇ ਹਾਂ ਕਥਾ ਸੱਚ ਦੀ? ਸੱਚ ਦੀ ਕਥਾ ਜਿਹੜੀ ਆ ਬੰਸਰੀ ਵਾਂਗੂ ਬੰਦਾ ਬਹਿ ਜਾਂਦਾ ਹੈ। ਬਾਣੀ ਫਿਰ ਕਹਿੰਦੀ ਹੈ, ਧੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ। ਕਹਿੰਦੇ ਜੈਸੀ ਆਵੇ ਖਸਮ ਕੀ ਬਾਣੀ, ਕੈਸਾ ਕਰਾਂ ਗਿਆਨ ਵੇ ਲਾ ਲੋ। ਮੈਂ ਇਹਨੂੰ ਕੁਛ ਨਹੀਂ ਕਰ ਰਿਹਾ, ਇਹ ਜਿੱਦਾਂ ਦਾ ਬੰਸਰੀ ਚ ਹਵਾ ਵੱਜ ਰਹੀ ਹੈ, ਮੈਂ ਤੇ ਬਸ ਆਵਾਜ਼ ਕਰ ਰਿਹਾ। ਕਿਉਂਕਿ ਸੱਚ ਦੀ ਕਥਾ ਹੈ ਤੇ ਸੱਚ ਨਹੀਂ ਕਰਨੀ ਹੈ। ਨਿੱਜਰ ਸਾਹਿਬ, ਬੰਦਾ ਕਿੱਥੋਂ ਕਥਾ ਕਰ ਸਕਦਾ ਹੈ? ਬੰਦੇ ਦੀ ਕੀ ਹੈਸੀਅਤ ਹੈ? ਬਿਲਕੁਲ ਸਹੀ ਗੱਲ ਹੈ। ਨਾਨਕ ਤਪੇ ਦਾ ਕਰ, ਨਾਨਕ ਤਪਾ ਹੀ ਦਿਖਾ ਸਕਦਾ ਹੈ। ਉਹ ਅਸੀਂ ਲੈ ਜਾਾਂਗੇ ਤੇ ਫਿਰ ਨਿੱਜਰ ਸਾਹਿਬ, ਫਿਰ ਅਸੀਂ ਤੇ ਵੱਡੇ ਹੋ ਗਏ। ਰਾਈਟ, ਬਿਲਕੁਲ। ਸੋ ਇਹ ਗੱਲਾਂ ਬਾਤਾਂ ਨੇ, ਇਹ ਹੋਈ ਹੈ ਕਿ ਮਤਲਬ ਕਿ ਕਾਈਂਡ ਆਫ ਇਹ ਚੰਗਾ ਗੁਣ ਹੈ ਜੇ ਆਪਾਂ ਏਦਾਂ ਸੋਚਦੇ ਹਾਂ। ਤੇ ਬਾਕੀ ਪਰਮਾਤਮਾ ਥੋੜੀ ਕੋਈ ਮਨਾ ਕਰਦਾ, ਉਹ ਕਹਿੰਦਾ ਜੋ ਮਰਜ਼ੀ ਕਹਿ ਲਓ, ਤੇਰੀ ਮਰਜ਼ੀ। ਪਰ ਜੇ ਆਪਾਂ ਏਦਾਂ ਸੋਚਦੇ ਹਾਂ ਤੇ ਬਹੁਤ ਵਧੀਆ। ਅਗਲੇ ਬੰਨੇ ਬੋਲੋ ਨਿੱਜਰ ਸਾਹਿਬ, ਤੂੰ ਘੱਟ ਘੱਟ ਇੱਕ ਵਰਤਦਾ, ਗੁਰਮੁਖ ਪ੍ਰਗੜੀਏ। ਤੂੰ ਹਰੇਕ ਦੇ ਅੰਦਰ ਹੈਗਾ ਆ, ਹਰੇਕ ਦੇ ਅੰਦਰ ਇੱਕੋ ਹੀ ਮਾਲਕ ਪਰਮਾਤਮਾ ਹਰੇਕ ਦੇ ਅੰਦਰ ਹੈਗਾ। ਪਰ ਕਹਿੰਦੇ ਆ, ਜੇ ਮਾਲਕ ਪਰਮਾਤਮਾ ਨੂੰ ਮਿਲਣਾ ਹੈ ਪਿਆਰਿਓ, ਤੇ ਭਾਈ ਜੋ ਬ੍ਰਹਮ ਗਿਆਨ ਕਹਿ ਰਿਹਾ ਆ ਉਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਨੂੰ ਕਾਰਵਾਈ ਕਰਨੀ ਪਊਗੀ, ਤਾਂ ਉਹ ਪ੍ਰਗਟ ਹੋ ਜਾਂਦਾ ਹੈ। ਗੁਰਮੁਖੇ ਪ੍ਰਗੜੀਏ। ਹਾਂਜੀ ਵੀਰ ਜੀ। ਹੁਣ ਦੇਖੋ, ਕਹਿੰਦੇ ਕਿ ਘੱਟ ਘੱਟ ਚ ਵਰਤ ਰਿਹਾ, ਕਰੋ ਗੱਲ। ਇਹਦਾ ਮਤਲਬ ਤੇ ਹੋਇਆ ਕਿ ਤੁਸੀਂ ਕਿਸੇ ਨਾਲ ਧੱਕਾ ਨਹੀਂ ਜੋ ਕਰ ਸਕਦੇ। ਨਾ ਨਾ ਨਾ, ਬਸ ਫਿਰ ਤਾਂ ਮਾਲਕ ਦੇ ਨਾਲ ਜਿਹਨੂੰ ਮਿਲਣਾ ਆ ਉਹਨੂੰ ਤਾਂ ਉਹਦੇ ਨਾਲ ਹੀ ਧੋਖਾ। ਲਓ ਪੰਗਾ। ਫਿਰ ਕਹਿੰਦੇ ਜੇ ਉਹਦਾ ਬਣਦਾ ਮਾਣ ਸਨਮਾਨ, ਉਹਦਾ ਹੱਕ ਤੂੰ ਨਹੀਂ ਦਿੰਦਾ ਤੇ ਉਹੀ ਹੈਗਾ ਹੀ ਅਗਲੇ ਬੰਨੇ ਰੱਬ ਹੀ। ਪਾਣੀ ਤੇ ਉਹ ਕਹਿੰਦੀ, ਫਿਰ ਪੜ੍ਹ ਲਓ। ਮੈਂ ਤੇ ਇਹ ਸਮਝਿਆ ਜੋ ਘੱਟ ਘੱਟ ਇੱਕ ਵਰਤਦਾ, ਕਰ ਲਓ ਗੱਲ। ਤੇ ਫਿਰ ਉਹ ਭਾਈ ਕਨ੍ਹਈਆ ਜੀ ਤੇ ਪਾਣੀ ਫਿਰ ਕਿਹਨੂੰ ਪਿਆਰੇ? ਉਹਨੂੰ ਇੱਕ ਨੂੰ ਹੀ ਪਿਆਰੇ ਸੀ। ਉਹ ਮੁਸਲਮਾਨ ਨੂੰ ਥੋੜੀ ਪਿਆਰੇ ਸੀ। ਫਿਰ ਆਪ ਦੇਖੋ ਕਿ ਸਿੱਖਾਂ ਨੂੰ ਕਿੱਦਾਂ ਉਦੋਂ ਦਾ ਟਾਈਮ ਸੀ, ਕਿੱਦਾਂ ਆਪਣੇ ਲੋਕਾਂ ਤੇ ਇੱਥੇ ਹਮਲੇ ਕਰਦੇ ਸੀ। ਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਇੱਕ ਮੁਸਲਮਾਨ ਨੂੰ ਕਹਿੰਦੇ, ਇੱਥੇ ਮਤਲਬ ਉਹਨੂੰ ਇੱਕ ਮੁਸਲਮਾਨ ਨੂੰ ਨਾਲ ਰੱਖਿਆ, ਬਾਲੇ ਤੇ ਮਰਦਾਨੇ ਨੂੰ। ਬਿਲਕੁਲ। ਫਿਰ ਇੱਥੇ ਵੇਖੋ ਦਰਬਾਰ ਸਾਹਿਬ ਤੋਂ ਨੀਂਹ ਰਖਾ ਰਹੇ ਨੇ। ਔਰ ਮੇਰੇ ਵਰਗੇ ਨੂੰ ਕਹੋ, ਮੈਂ ਕਹੂੰਗਾ ਜੀ ਇਹ ਮੁਸਲਮਾਨ ਇੱਕ ਮਾੜਾ ਸੀ, ਸਾਰੇ ਮਾੜੇ ਆ। ਉਹ ਕਹਿੰਦੇ ਨਹੀਂ ਬਈ ਨਹੀਂ, ਇੱਕ ਮਾੜਾ ਦੂਜੇ ਨਹੀਂ ਮਾੜੇ। ਬੁੱਧੂ ਸ਼ਾਹ ਦੇਖ ਲਓ, ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਕਹਿੰਦੇ ਆ, ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਮੋਢੇ ਤੇ ਸਾਰੀਆਂ ਬੰਦੂਕਾਂ ਚਲਾਉਂਦੇ ਆ, ਉਹਨਾਂ ਦੇ 500 ਮੁਰੀਦ ਜਿਹੜੇ ਹੈਗੇ ਬੁੱਧੂ ਸ਼ਾਹ ਦੇ ਜਿਹੜੇ ਹੈਗੇ, ਉਹ ਯੁੱਧ ਦੇ ਵਿੱਚ ਜਿਹੜੇ ਹੈਗੇ ਮਹਾਰਾਜ ਦਾ ਸਾਥ ਦਿੱਤਾ ਉਹਨਾਂ ਨੇ। ਉਹ ਮੁਸਲਮਾਨ ਹੀ ਸੀਗੇ। ਹਾਂਜੀ ਵੀਰ ਜੀ। ਹਾਂ, ਤੇ ਉਹ ਵੇਖ ਲਓ ਕਿੱਦਾਂ ਦਾ ਜੀਵਨ ਉਹਨਾਂ ਦਾ, ਕਿਉਂਕਿ ਉਹਨਾਂ ਨੇ ਵੇਖ ਲਿਆ ਕਿ ਪ੍ਰਮਾਤਮਾ ਹੀ ਤੇ ਹੈਗਾ। ਔਰ ਉਹੀ ਜੀਵਨ ਹੈ। ਬਿਲਕੁਲ। ਤੇ ਜੇ ਤੁਸੀਂ ਹਜੇ ਵੀ ਤੁਹਾਨੂੰ ਕੋਈ ਨੀਲਾ ਤੇ ਪੀਲਾ ਤੇ ਕੋਈ ਹਰਿਆ ਨਜ਼ਰ ਆ ਰਿਹਾ, ਤੇ ਉਹ ਵੀ ਉਹ ਤੇ ਸਾਡੀ ਬੁੱਧੀ ਦੀ ਚਲਾਕੀ ਹੈ। ਕਿਉਂਕਿ ਉਹ ਕਹਿੰਦੇ ਰੱਬ ਤੇ ਤੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਠੀਕ ਹੈ ਜੀ ਨਿੱਜਰ ਸਾਹਿਬ? ਬਿਲਕੁਲ। ਹਾਂਜੀ, ਅਗਲੀ ਤੋਂ ਬੋਲੋ। ਤੂੰ ਸੱਚਾ ਸਬਸ ਦਾ ਖਸਮ ਹੈ।
ਕੋਈ ਤੇਰਾ ਥੋੜੀ ਨਾ ਇਕੱਲੇ ਦਾ। ਕਹਿੰਦੇ ਉਹ ਤਾਂ ਸਾਰਿਆਂ ਦਾ ਹੈ ਕਸਮ ਮਾਲਕ ਪਰਮਾਤਮਾ। ਸਾਰਿਆਂ ਨੇ ਮੰਗਣਾ ਉਹਦੇ ਕੋਲੋਂ, ਉਹਨੇ ਸਾਰਿਆਂ ਨੂੰ ਦੇਣਾ ਹੈ, ਸਾਰਿਆਂ ਨੂੰ ਦੇਣਾ ਹੈ। ਸਭ ਤੋਂ ਚੜ੍ਹੀਏ ਔਰ ਸਾਰਿਆਂ ਦੇ ਉੱਪਰ, ਸਾਰਿਆਂ ਤੋਂ ਮਤਲਬ ਸਾਰੇ ਤੋਂ ਉੱਪਰ ਹੈਗਾ ਮਾਲਕ ਪਰਮਾਤਮਾ। ਸਾਰੇ ਤੋਂ ਬੁੱਧੀਮਾਨ, ਸਾਰਿਆਂ ਤੋਂ ਸੋਹਣਾ, ਸਾਰਿਆਂ ਤੋਂ ਚੰਗਾ ਹੈਗਾ ਭਾਈ। ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕਾਇਤ ਕੜੀਏ। ਤੇ ਕਰਨਾ ਮਾਲਕ ਨੇ ਹੈਗਾ। ਜੋ ਕੁਛ ਵੀ ਕਰਦਾ ਹੈ ਮਾਲਕ ਕਰਦਾ ਹੈ। ਜੋ ਵੀ ਜਿਹੜੀ ਡਿਮਾਂਡ ਹੈ ਆਪਣੀ, ਜੇ ਜੈਨੂਇਨ ਡਿਮਾਂਡ ਹੈ ਤਾਂ ਮਾਲਕ ਨੇ ਆਪੇ ਦਾਤ ਦੇ ਦੇਣੀ ਆ ਭਾਈ। ਅਤੇ ਮੈਨੂੰ ਜਿਹੜਾ ਹੈਗਾ ਕੜਨ ਦੀ ਕੀ ਲੋੜ ਆ ਭਾਈ, ਮੈਨੂੰ ਚਿੰਤਾ ਕਰਨ ਦੀ ਕੀ ਲੋੜ ਆ। ਇਸ ਰਸਤੇ 'ਤੇ ਵੀ ਗੋਰਖੀ ਸਾਹਿਬ ਭਗਤੀ ਕਰਨੀ, ਆਪਾਂ ਪਹਿਲਾਂ ਮਾਇਆ ਦੀ ਚਿੰਤਾ ਤਾਂ ਬਥੇਰੀਆਂ ਹੁੰਦੀਆਂ ਹੈ, ਇਹ ਆਕਾਰ ਦੀਆਂ, ਪਦਾਰਥਾਂ ਦੀਆਂ, ਸਵਾਦਾਂ ਦੀਆਂ। ਚਲੋ ਇਹਨਾਂ ਨੂੰ ਛੱਡ ਕੇ ਹੁਣ ਆਪਾਂ ਅੰਦਰ ਵੜੇ, ਆਪਣੇ ਜਿਹੜਾ ਅੱਖਾਂ ਬੰਦ ਕਰਕੇ ਭਗਤੀ ਕਰਨ ਬੈਠੇ ਹਾਂ। ਫਿਰ ਜਿਹੜਾ ਹੈਗਾ ਇਹਦੀ ਚਿੰਤਾ ਸ਼ੁਰੂ ਹੋ ਜਾਣੀ ਹੈ ਵੀ ਮੇਰੇ ਅੰਦਰ ਕਦੋਂ ਆਊਗਾ ਮਾਲਕ ਪਰਮਾਤਮਾ, ਮੈਂ ਕਦੋਂ ਜਿਹੜਾ ਹੈਗਾ ਮਾਲਕ ਨੂੰ ਦੇਖੂੰਗਾ, ਮੇਰੇ ਅੰਦਰ ਕਦੋਂ ਜਿਹੜਾ ਹੈਗਾ ਸ਼ਬਦ ਵੱਜੂ, ਮੇਰੇ ਅੰਦਰ ਕਦੋਂ ਜਿਹੜਾ ਹੈਗਾ ਅਨਾਦ ਵੱਜੂ। ਫਿਰ ਇਹਦੀ ਚਿੰਤਾ ਹੋ ਜਾਣੀ ਆਪਾਂ ਨੂੰ। ਕਹਿੰਦੇ ਕਾਹਦੇ ਲਈ, ਮੈਂ ਕਾਹਦੇ ਲਈ ਚਿੰਤਾ ਕਰਾਂ। ਅਤੇ ਕਰਨਾ ਤਾਂ ਮਾਲਕ ਪਰਮਾਤਮਾ ਨੇ, ਜੋ ਵਜਾਉਣਾ ਹੈ ਮਾਲਕ ਨੇ ਵਜਾਉਣਾ ਹੈ। ਮੈਨੂੰ ਕੀ ਲੋੜ ਪਈ ਹੈ ਚਿੰਤਾ ਕਰਨ ਦੀ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਜੀ, ਸਾਨੂੰ ਕੋਈ ਪਰੇਸ਼ਾਨ ਹੋਣ ਦੀ ਲੋੜ ਨਹੀਂ। ਅਸੀਂ ਤੇ ਕੇਵਲ ਆਪਣੀ ਹਾਜ਼ਰੀ ਲਾਉਣੀ ਹੈ। ਔਰ ਇੱਕ ਗੱਲ ਹੈਗੀ ਹੈ, ਉਹਦੇ ਦਰ ਤੇ ਆਪਾਂ ਜਾਂਦੇ ਹਾਂ, ਹਰ ਦਿਨ ਮੰਗਣ ਜਾਂਦੇ ਹਾਂ, ਉਹ ਖੈਰਾਤ ਪਾ ਦਿੰਦਾ ਹੈ। ਉਹਦੇ ਦਰ ਤੋਂ ਕੋਈ ਵਾਪਸ ਨਹੀਂ ਆਇਆ ਖਾਲੀ। ਬਹੁਤ ਵਧੀਆ, ਬਿਲਕੁਲ ਸਹੀ ਹੈ ਜੀ। ਕੋਈ ਮੰਗਣ ਨਹੀਂ ਗਿਆ। ਫਿਰ ਦੇਖੋ ਗਿੱਧਾ ਬਾਦਸ਼ਾਹ ਹੈ, ਇੱਕ ਚੀਜ਼ ਨੂੰ ਆਪ ਸਮਝੋ ਪਲੀਜ਼। ਕਹਿੰਦੇ ਬਹੁਤ ਜਨਮ ਮਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਈ। ਉਹ ਕਹਿੰਦੇ ਤੂੰ ਲਾਸਟ ਤੇ ਵੀ ਆ ਜਾ, ਲੀਕ ਵੱਜ ਸਕਦੀ, ਕਿਉਂਕਿ ਤੂੰ ਪਰ ਆਉਣਾ ਨਹੀਂ ਹੈ। ਬਹੁਤ ਮੁਸ਼ਕਿਲ ਹੈ, ਉੱਥੇ ਜਾਣਾ ਬੜਾ ਔਖਾ ਹੈ। ਸੰਸਾਰ ਤੋਂ ਕੌਣ ਜਾਣਾ ਚਾਹੁੰਦਾ ਹੈ। ਤੁਸੀਂ ਵੇਖੋ ਭੋਗਾਂ 'ਚ ਲੋਕ ਕਿੱਦਾਂ ਬੈਠੇ ਨੇ, ਵਿਸ਼ੇ ਵਿਕਾਰਾਂ 'ਚ। ਪਰ ਜਦੋਂ ਉਸ ਪਰਮਾਤਮਾ ਦੇ ਕੋਲ ਪਹੁੰਚ ਜਾਂਦਾ ਹੈ ਕੋਈ, ਤੇ ਲੀਕ ਵੱਜ ਜਾਂਦੀ, ਬੰਦਾ ਸਾਈਡ ਤੇ ਹੋ ਜਾਂਦਾ। ਬਿਲਕੁਲ। ਪਰ ਇਹ ਜਾਣਾ ਬੜਾ ਜ਼ਰੂਰੀ ਹੈ, ਔਰ ਜਾਣਾ ਤੁਹਾਨੂੰ ਇਕੱਲੇ ਨੂੰ ਪੈਣਾ। ਉੱਥੇ ਤੁਹਾਡਾ ਨਾਮ ਨਹੀਂ ਚੱਲੇਗਾ, ਤੁਹਾਡੀ ਜਾਤ ਨਹੀਂ ਚਾਹੀਦੀ, ਤੁਹਾਡੀ ਪਾਤ ਨਹੀਂ ਚਾਹੀਦੀ, ਤੁਹਾਡਾ ਧਨ ਦੌਲਤ ਨਹੀਂ। ਤੁਸੀਂ ਬਿਲਕੁਲ ਨੰਗੇ ਹੋ ਕੇ ਉੱਥੇ ਜਾਓਗੇ ਤੇ ਉਹ ਦਰਵਾਜ਼ੇ ਤਾਂ ਤੁਹਾਨੂੰ ਜਗ੍ਹਾ ਮਿਲਣੀ, ਉਦੋਂ ਤੁਸੀਂ ਲੰਘ ਨਹੀਂ ਸਕਦੇ ਉੱਥੇ। ਬਿਲਕੁਲ। ਬੱਚਾ ਜਿਹੜਾ ਗੋਰਖੀ ਸਾਹਿਬ, ਬੱਚਾ ਲਿਬੜਿਆ ਤਿਬੜਿਆ ਜਿਹੇ ਜਿਹਾ ਮਰਜ਼ੀ ਹੈਗਾ, ਉਹ ਮਾਲਕ ਦੇ ਪਿਓ ਦੇ ਅੱਗੇ ਹੱਥ ਚੱਕਤੇ ਉਹਨੇ ਵੀ ਚੱਕ ਮੈਨੂੰ, ਤੇ ਉਹ ਫਿਰ ਜਿਹੜਾ ਹੈਗਾ ਰਹਿਣ ਦਊਗਾ ਉਹਨੂੰ ਜਿਹੜਾ ਹੈਗਾ ਉਹਦੇ ਤਕਲੀਫ ਦੇ ਵਿੱਚ। ਹਾਂਜੀ ਵੀ ਜੀ ਬਿਲਕੁਲ ਠੀਕ ਹੈ ਜੀ। ਉਸ ਪਰਮਾਤਮਾ ਕੋਲੋਂ ਆਪਾਂ ਮੰਗਣਾ ਹੈ ਕਿ ਸਾਨੂੰ ਆਪਣੇ ਚਰਨਾਂ ਦੀ ਧੂੜ ਦਿਓ। ਅਸੀਂ ਆਪਣਾ ਜੀਵਨ ਜਿਹੜਾ ਹੈ ਉਹ ਤੁਹਾਡੇ ਨਾਲ ਬਤੀਤ ਕਰੀਏ, ਔਰ ਸਾਡੇ ਅੰਦਰ ਇੰਨੀ ਸ਼ਕਤੀ ਪੈਦਾ ਕਰੋ ਕਿ ਅਸੀਂ ਨਾ ਤੁਹਾਡਾ ਰੂਪ ਵੀ ਦੂਜਿਆਂ 'ਚ ਵੇਖੀਏ। ਇਹ ਕਿਉਂਕਿ ਉਹਦੀ ਰਹਿਮਤ ਤੋਂ ਬਿਨਾਂ ਦਿਖਣਾ ਨਹੀਂ। ਜੇ ਤੁਸੀਂ ਸੋਚੋ ਨਾ ਆਪਣੀ ਬੁੱਧੀ ਨਾਲ ਤੁਸੀਂ ਟਰਾਈ ਕਰੋਗੇ ਕਿ ਮੇਰੀ ਸੱਸ ਵੀ ਮੇਰਾ ਰੱਬ ਦਾ ਰੂਪ ਹੈ, ਮੇਰੀ ਨੂੰਹ ਵੀ ਮੇਰਾ ਰੱਬ ਦਾ ਰੂਪ ਹੈ, ਮੇਰਾ ਸਹੁਰਾ ਵੀ ਮੇਰੀ ਰੱਬ ਦਾ ਰੂਪ ਹੈ, ਨਹੀਂ, ਏਦਾਂ ਨਹੀਂ ਗੱਲ ਬਣਨੀ। ਉਹ ਤੁਸੀਂ ਇਹਨੂੰ ਅਰਦਾਸ ਕਰੋਗੇ ਤੇ ਉਹ ਤੁਹਾਨੂੰ ਇਹ ਸ਼ਕਤੀ ਦੇ ਦੇਗਾ, ਤੁਹਾਡੇ ਅੰਦਰੋਂ ਪੈਦਾ ਹੋ ਜਾਏਗਾ ਗਿਆਨ। ਫਿਰ ਤੁਹਾਨੂੰ ਬਿਨਾਂ ਕਹੇ ਹੀ ਤੁਹਾਨੂੰ ਗਿਆਨ ਦਿਖੇਗਾ ਉਹ। ਠੀਕ ਹੈ ਜੀ। ਅੱਜ ਦੀ ਬਿਲਕੁਲ ਸਹੀ ਵਿਚਾਰ ਇੱਥੇ ਸਮਾਪਤ ਕਰ ਦੀ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ ਜੀ। ਤੇ ਠੀਕ ਹੈ ਜੀ, ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਹਾਂਜੀ ਅੱਜ ਦੀ ਵਿਚਾਰ ਇੱਕ ਨਾ ਵੀਰ ਜੀ ਆਪਣੇ ਨਾ ਇੱਕ ਆਪਣੇ ਬੀਬੀ ਹੈਗੀ ਆ, ਉਹਨਾਂ ਨੂੰ ਅਰਥਰਾਈਟਿਸ ਹੈਗਾ, ਅਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਸੈਟਿਕਾ ਪੇਨ ਆ ਲੱਤਾਂ ਦੇ ਵਿੱਚ, ਜਿਹੜਾ ਹੈਗਾ ਬਾਥਰੂਮ ਵੀ ਜਾਣ ਨੂੰ ਪ੍ਰੋਬਲਮ ਆਉਂਦੀ ਹੈ। ਅਤੇ ਬਹੁਤ ਹੀ ਜਿਹੜੇ ਪਿਆਰ ਵਾਲੇ ਔਰ ਬੰਦਗੀ ਵਾਲੇ ਹੈਗੇ, ਅਤੇ ਉਹਨਾਂ ਦੀ ਅਰਦਾਸ ਕਰ ਦੇਣਾ ਵੀ ਮਾਲਕਾ ਜਿਹੜਾ ਹੈਗਾ ਤੇਰੀ ਭਗਤੀ ਕਰ ਸਕਣ ਵਾਸਤੇ ਜਿਹੜਾ ਹੈਗਾ ਉਹਨਾਂ ਨੂੰ ਸ਼ਕਤੀ ਦੇ। ਹਾਂਜੀ ਵੀਰ ਜੀ। ਹਾਂਜੀ ਮੈਂ ਕਰ ਦਿੰਦਾ। ਦਵਿੰਦਰ ਕੌਰ ਦੀ ਨਾ? ਨਹੀਂ, ਉਹ ਇੱਥੇ ਹੈਗੇ, ਉਹ ਇੰਦਰ ਕੌਰ, ਪਤਾ ਨਹੀਂ ਕੀ ਨਾਂ ਹੈ ਉਹਨਾਂ ਦਾ। ਹਾਂਜੀ। ਅੱਛਾ ਅੱਛਾ ਠੀਕ ਹੈ, ਕੋਈ ਨਹੀਂ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ। ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੁਣ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ।
ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਸੁਖ ਸ਼ਾਂਤੀ ਬਖਸ਼ਣੀ, ਦਿਲ ਰੋਗਤਾ ਬਖਸ਼ਣੀ, ਘਰ ਵਿੱਚ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣੀ। ਮੇਰੇ ਮਾਲਿਕ ਆਪਣਾ ਨਾਮਧਨ ਬਖਸ਼ਣਾ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਉਹ ਮਾਤਾ ਦੀ, ਉਹਨਾਂ ਦੇ ਸਰੀਰ ਦੇ ਵਿੱਚ ਕਸ਼ਟ ਹੈ। ਆਪ ਮਿਹਰ ਕਰੋ, ਆਪ ਮਿਹਰ ਕਰੋ, ਉਹਨਾਂ ਨੂੰ ਉਸ ਕਸ਼ਟ ਤੋਂ ਮੁਕਤੀ ਦਵਾ ਦਿਓ ਮੇਰੇ ਮਾਲਿਕ। ਮਿਰਥੀ ਨਾ ਜਾਏ ਜਨ ਕੀ ਅਰਦਾਸ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਤਾਂ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।